ਇਸ ਲਈ ਵਾਪਸ ਸਵਾਗਤ ਹੈ। ਇਹ ਲੈਕਚਰ ਨੰਬਰ 54 ਹੈ। ਜੇ ਅਸੀਂ ਐਗਜ਼ੈਕਟ ਡਿਫਰੈਂਸ਼ੀਅਲ ਇਕੁਏਸ਼ਨਸ ਤੇ ਚਰਚਾ ਕਰਨਾ ਕੰਟੀਨਿਊ ਰੱਖਾਂਗੇ, ਅਤੇ ਖਾਸ ਤੌਰ ਤੇ ਅਸੀਂ ਅੱਜ ਗੱਲ ਕਰਾਂਗੇ ਜਦੋਂ ਦਿੱਤੇ ਗਏ ਡਿਫਰੈਂਸ਼ੀਅਲ ਇਕੁਏਸ਼ਨ ਐਗਜ਼ੈਕਟ ਨਹੀਂ ਹਨ ਪਰ ਇਸ ਨੂੰ ਆਸਾਨੀ ਨਾਲ ਐਗਜ਼ੈਕਟ ਬਣਾਇਆ ਜਾ ਸਕਦਾ ਹੈ, ਅਤੇ ਇਹ ਹੈ ਕਿ ਇਸ ਇੰਟੀਗ੍ਰੇਟਿੰਗ ਫੈਕਟਰ ਦੀ ਜਾਣ ਪਛਾਣ ਇਨਟੂ ਤਸਵੀਰ ਆ ਜਾਵੇਗੀ। ਸੋ ਇਸ ਲਈ ਇੱਥੇ ਇਹ ਯਾਦ ਕਰਨ ਲਈ ਕਿ ਸਾਡੇ ਕੋਲ ਐਗਜ਼ੈਕਟਨੈਸ ਲਈ ਜ਼ਰੂਰੀ ਅਤੇ ਸਫੀਸ਼ੀਐਂਟ ਕੰਡੀਸ਼ਨਸ ਹਨ। ਇਸ ਲਈ ਡਿਫਰੈਂਸ਼ੀਅਲ ਇਕੁਏਸ਼ਨ ਦੇ ਐਗਜ਼ੈਕਟ ਹੋਣ ਲਈ ਜ਼ਰੂਰੀ ਅਤੇ ਸਫੀਸ਼ੀਐਂਟ ਕੰਡੀਸ਼ਨ m dx plus n dy ਸਿਫਰ ਦੇ ਇਕੁਅਲ ਹੈ। ਇਹ ਡਿਫਰੈਂਸ਼ੀਅਲ ਇਕੁਏਸ਼ਨ ਸੀ ਅਤੇ ਇਹ ਬਿਲਕੁਲ ਐਗਜ਼ੈਕਟ ਹੈ ਜਦੋਂ del m ਬਟਾ del y ਇਕੁਅਲ del n ਬਟਾ del x ਅਤੇ ਇਹ ਜ਼ਰੂਰੀ ਅਤੇ ਸਫੀਸ਼ੀਐਂਟ ਸੀ। ਭਾਵ ਜੇਕਰ ਇਹ ਕੰਡੀਸ਼ਨ ਰੱਖਦੀ ਹੈ ਤਾਂ ਡਿਫਰੈਂਸ਼ੀਅਲ ਇਕੁਏਸ਼ਨ ਐਗਜ਼ੈਕਟ ਹੋਣੀ ਚਾਹੀਦੀ ਹੈ ਅਤੇ ਜੇਕਰ ਇਕੁਏਸ਼ਨ ਐਗਜ਼ੈਕਟ ਹੈ ਤਾਂ ਇਹ ਕੰਡੀਸ਼ਨ ਹੋਣੀ ਚਾਹੀਦੀ ਹੈ। ਇਸ ਲਈ ਹੁਣ ਕੀ ਕੀਤਾ ਜਾਵੇ ਜਦੋਂ ਦਿੱਤੀ ਗਈ ਇਕੁਏਸ਼ਨ ਐਗਜ਼ੈਕਟ ਨਹੀਂ ਹੈ। ਉਦਾਹਰਨ ਲਈ, ਇਸ ਲਈ ਜੇਕਰ ਇਸ ਫਾਰਮ ਦੀ ਇੱਕ ਇਕੁਏਸ਼ਨ m dx n dy ਐਗਜ਼ੈਕਟ ਨਹੀਂ ਹੈ, ਕਈ ਵਾਰ ਇੱਥੇ x ਅਤੇ y ਦਾ ਇਹ ਫੰਕਸ਼ਨ ਚੁਣਨਾ ਸੰਭਵ ਹੁੰਦਾ ਹੈ। ਅਜਿਹਾ ਹੈ ਕਿ ਮਲਟੀਪਲਾਈਂਗ ਕਰਨ ਤੋਂ ਬਾਅਦ ਇਕੁਏਸ਼ਨਸ ਦੀਆਂ ਸਾਰੀਆਂ ਟਰਮਜ਼ ਨੂੰ ਮਲਟੀਪਲਾਈਂਗ ਕਰਨ ਤੋਂ ਬਾਅਦ ਇਹ ਉਸ ਫੰਕਸ਼ਨ ਦੁਆਰਾ ਦਿੱਤੀ ਗਈ ਇਕੁਏਸ਼ਨਸ ਬਣ ਜਾਂਦੀਆਂ ਹਨ। ਇਕੁਏਸ਼ਨ ਐਗਜ਼ੈਕਟ ਬਣ ਜਾਂਦਾ ਹੈ ਅਤੇ ਇੱਥੇ ਅਜਿਹੇ ਮਲਟੀਪਲੇਅਰ ਨੂੰ ਇੰਟੀਗ੍ਰੇਟਿੰਗ ਫੈਕਟਰ ਕਿਹਾ ਜਾਂਦਾ ਹੈ। ਇਸ ਲਈ ਇੰਟੀਗ੍ਰੇਟਿੰਗ ਫੈਕਟਰ xy ਦੇ ਫੰਕਸ਼ਨ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਦਿੱਤੇ ਗਏ ਡਿਫਰੈਂਸ਼ੀਅਲ ਇਕੁਏਸ਼ਨ ਵਿੱਚ ਮਲਟੀਪਲੀਕੇਸ਼ਨ ਤੋਂ ਬਾਅਦ ਦਿੱਤਾ ਗਿਆ ਡਿਫਰੈਂਸ਼ੀਅਲ ਇਕੁਏਸ਼ਨ ਐਗਜ਼ੈਕਟ ਹੋ ਜਾਂਦਾ ਹੈ ਤਾਂ ਅਜਿਹੇ ਫੰਕਸ਼ਨ ਨੂੰ ਡਿਫਰੈਂਸ਼ੀਅਲ ਇਕੁਏਸ਼ਨ ਕਿਹਾ ਜਾਂਦਾ ਹੈ। ਇਸ ਲਈ ਇਹ ixy ਹੈ। ਆਮ ਤੌਰ ਤੇ ਇਸ ਇੰਟੀਗ੍ਰੇਟਿੰਗ ਫੈਕਟਰ ਲਈ ਅਸੀਂ ਜੋ ਨੋਟੇਸ਼ਨ ਵਰਤਾਂਗੇ, ਇਸ ਲਈ ਜੇ ਇਹ ਇੱਕ ਇੰਟੀਗ੍ਰੇਟਿੰਗ ਫੈਕਟਰ ਹੈ ਤਾਂ ਇੱਥੇ ਡਿਫਰੈਂਸ਼ੀਅਲ ਇਕੁਏਸ਼ਨ ixy ਟਾਈਮਸ mxy dx ਪਲਸ ixy ਹੈ ਅਤੇ xy dy ਸਿਫਰ ਦੇ ਇਕੁਅਲ ਹੈ। ਐਗਜ਼ੈਕਟ ਬਣ ਜਾਂਦਾ ਹੈ। ਅਤੇ ਫਾਇਦਾ ਕੀ ਹੈ? ਹੁਣ ਇਸ ਲਈ ਦਿੱਤਾ ਗਿਆ ਇਕੁਏਸ਼ਨ ਐਗਜ਼ੈਕਟ ਨਹੀਂ ਹੈ ਅਤੇ ਫਿਰ ਇੱਥੇ ਸੋਲਿਊਸ਼ਨ ਦਾ ਪਤਾ ਕਰਨਾ ਮੁਸ਼ਕਿਲ ਹੈ। ਇਸ ਲਈ ਹੁਣ ਅਸੀਂ ਕੀ ਕਰਾਂਗੇ, ਅਸੀਂ ਇੰਟੀਗ੍ਰੇਟਿੰਗ ਫੈਕਟਰ ਦਾ ਪਤਾ ਕਰਾਂਗੇ ਅਤੇ ਇੱਕ ਵਾਰ ਜਦੋਂ ਅਸੀਂ ਇਸ ਇੰਟੀਗ੍ਰੇਟਿੰਗ ਫੈਕਟਰ ਨੂੰ ਦਿੱਤੇ ਗਏ ਡਿਫਰੈਂਸ਼ੀਅਲ ਇਕੁਏਸ਼ਨ ਨਾਲ ਮਲਟੀਪਲਾਈ ਕਰਾਂਗੇ, ਫਿਰ ਇਹ ਇਕੁਏਸ਼ਨ ਐਗਜ਼ੈਕਟ ਹੋ ਜਾਵੇਗਾ ਅਤੇ ਫਿਰ ਅਸੀਂ ਜਾਣਦੇ ਹਾਂ ਕਿ ਕਿਵੇਂ ਐਗਜ਼ੈਕਟ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਕਿਵੇਂ ਸੋਲਵ ਕਰਨਾ ਹੈ। ਸਾਨੂੰ ਫੰਕਸ਼ਨ f ਦਾ ਪਤਾ ਲਗਾਉਣ ਦੀ ਲੋੜ ਹੈ ਜਿਸ ਦਾ ਡਿਫਰੈਂਸ਼ੀਅਲ ਇੱਥੇ ਦਿੱਤੇ ਗਈ ਡਿਫਰੈਂਸ਼ੀਅਲ ਇਕੁਏਸ਼ਨ ਦੇ ਲੈਫਟ ਹੈਂਡ ਸਾਈਡ ਹੈ। ਇਸ ਲਈ ਇੱਥੇ ਇਸ ਲੈਕਚਰ ਦਾ ਮੁੱਖ ਟੌਪਿਕ ਹੈ ਕਿ ਅਸੀਂ ਇੱਥੇ ਕੁਝ ਤਕਨੀਕਾਂ ਬਾਰੇ ਚਰਚਾ ਕਰਾਂਗੇ ਕਿ ਜਦੋਂ ਦਿੱਤੀ ਗਈ ਡਿਫਰੈਂਸ਼ੀਅਲ ਇਕੁਏਸ਼ਨ ਐਗਜ਼ੈਕਟ ਡਿਫਰੈਂਸ਼ੀਅਲ ਇਕੁਏਸ਼ਨ ਨਹੀਂ ਹੈ ਤਾਂ ਇੰਟੀਗ੍ਰੇਟਿੰਗ ਫੈਕਟਰ ਦਾ ਪਤਾ ਕਿਵੇਂ ਲਗਾਇਆ ਜਾਵੇ। ਇਸ ਲਈ ਹਾਲਾਂਕਿ m dx plus n dy ਦੇ ਰੂਪ ਵਿੱਚ ਇੱਕ ਇਕੁਏਸ਼ਨ ਵਿੱਚ ਹਮੇਸ਼ਾ ਇੱਕ ਇੰਟੀਗ੍ਰੇਟਿੰਗ ਫੈਕਟਰ ਹੁੰਦਾ ਹੈ ਜਾਂ ਫੈਕਟਰਸ ਇੰਟੀਗ੍ਰੇਟਿੰਗ ਫੈਕਟਰ ਤੋਂ ਜ਼ਿਆਦਾ ਹੋ ਸਕਦੇ ਹਨ, ਪਰ ਉਹਨਾਂ ਨੂੰ ਪਤਾ ਲਗਾਉਣ ਲਈ ਕੋਈ ਜਨਰਲ ਰੂਲ ਨਹੀਂ ਹੈ। ਜਾਂ ਇਹ ਕਹਿ ਸਕਦੇ ਹਾਂ ਕਿ ਇੰਟੀਗ੍ਰੇਟਿੰਗ ਫੈਕਟਰ ਦਾ ਪਤਾ ਕਰਨਾ ਥੋੜਾ ਜਿਹਾ ਔਖਾ ਕੰਮ ਹੈ। ਦਿੱਤੀ ਗਈ ਡਿਫਰੈਂਸ਼ੀਅਲ ਇਕੁਏਸ਼ਨ ਦੇ ਇੰਟੀਗ੍ਰੇਟਿੰਗ ਫੈਕਟਰ ਨੂੰ ਕੱਢਣਾ ਜਨਰਲ ਆਸਾਨ ਨਹੀਂ ਹੈ। ਇਸ ਲਈ ਅਸੀਂ ਸਿਰਫ ਕੁਝ ਵਿਸ਼ੇਸ਼ ਕੇਸਾਂ ਤੇ ਕੰਸੀਡਰ ਕਰਾਂਗੇ ਜਿਸ ਨਾਲ ਅਸੀਂ ਆਸਾਨੀ ਨਾਲ ਇੰਟੀਗ੍ਰੇਟਿੰਗ ਫੈਕਟਰ ਦਾ ਪਤਾ ਕਰ ਸਕਦੇ ਹਾਂ। ਇਸ ਲਈ ਰੂਲ ਨੰਬਰ 1 ਸਿਰਫ ਇਨਸਪੈਕਸ਼ਨ ਦੁਆਰਾ ਹੈ। ਇਸ ਲਈ ਇਹ ਸਭ ਤੋਂ ਆਸਾਨ ਹੈ ਅਤੇ ਇਸ ਇੰਟੀਗ੍ਰੇਟਿੰਗ ਫੈਕਟਰ ਦਾ ਪਤਾ ਲਗਾਉਣ ਲਈ ਸਭ ਤੋਂ ਔਖਾ ਤਰੀਕਾ ਵੀ ਹੈ ਕਿਉਂਕਿ ਇਹ ਇੱਥੇ ਸਿਰਫ ਗੈਸਟ ਹੀ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਦੇਖ ਰਿਹਾ ਹੈ ਜਿਸ ਦੇ ਅਨੁਸਾਰ ਇਕੁਏਸ਼ਨ ਨੂੰ ਸਹੀ ਰੂਪ ਵਿੱਚ ਦਿੱਤਾ ਗਿਆ ਹੈ ਅਤੇ ਜੇਕਰ ਤੁਸੀਂ ਮਲਟੀਪਲਾਈ ਬਾਏ ਇਸ ਫੰਕਸ਼ਨ ਕਰਦੇ ਹੋ ਫਿਰ ਇਹ ਐਗਜ਼ੈਕਟ ਬਣ ਜਾਵੇਗਾ। ਪਰ ਇਹ ਔਖਾ ਵੀ ਹੈ ਕਿਉਂਕਿ ਇੰਟੀਗ੍ਰੇਟਿੰਗ ਫੈਕਟਰ ਦਾ ਪਤਾ ਕਰਨ ਲਈ ਇੱਕ ਸਿਸਟੇਮੈਟਿਕ ਪਹੁੰਚ ਨਹੀਂ ਹੈ। ਇਸ ਲਈ ਇਹ ਵਿਧੀ ਕੁਝ ਸਟੈਂਡਰਡ ਐਗਜ਼ੈਕਟ ਡਿਫਰੈਂਸ਼ੀਅਲ ਦੀ ਮਾਨਤਾ ਤੇ ਆਧਾਰਿਤ ਹੈ। ਤਾਂ ਜੇਕਰ ਅਸੀਂ ਇੱਥੇ ਕੁਝ ਸਟੈਂਡਰਡ ਡਿਫਰੈਂਸ਼ੀਅਲ ਜਾਣਦੇ ਹਾਂ, ਫਿਰ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਦੇਖਦੇ ਹੋਏ ਵੀ ਅਸੀਂ ਹੁਣ ਇਹ ਪਤਾ ਲਗਾ ਸਕਦੇ ਹਾਂ ਕਿ ਜੇਕਰ ਅਸੀਂ ਇਸ ਇਕੁਏਸ਼ਨ ਨੂੰ ਇਸ ਰੂਪ ਵਿੱਚ ਦੁਬਾਰਾ ਲਿਖਦੇ ਹਾਂ ਜਾਂ ਅਸੀਂ ਇਸ ਫੰਕਸ਼ਨ ਨਾਲ ਮਲਟੀਪਲਾਈ ਜਾਂ ਡਿਵਾਈਡ ਕਰਦੇ ਹਾਂ ਤਾਂ ਸਾਨੂੰ ਐਗਜ਼ੈਕਟਲੀ ਡਿਫਰੈਂਸ਼ੀਅਲ ਮਿਲੇਗਾ। ਤਾਂ ਸਾਨੂੰ ਉਹਨਾਂ ਸਟੈਂਡਰਡ ਫੰਕਸ਼ਨਸ ਅਤੇ ਇਹ ਅਸੀਂ ਇਸ ਨੂੰ ਸੋਲਵ ਕਰਕੇ ਪ੍ਰਾਪਤ ਕਰਦੇ ਹਾਂ। ਇਸ ਪ੍ਰਾਪਤੀ ਲਈ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਸੋਲਵ ਕਰਨਾ। ਇਸ ਲਈ ਇੱਥੇ ਕੀ ਹੈ, ਉਹ ਸਟੈਂਡ ਜਾਂ ਕੁਝ ਸਟੈਂਡਰਡ ਫਾਰਮ ਕੀ ਹਨ, ਬਲਕਿ ਅਸੀਂ ਇੱਥੇ ਚਰਚਾ ਕਰਾਂਗੇ ਅਤੇ ਹੋਰ ਬਹੁਤ ਸਾਰੇ ਹੋ ਸਕਦੇ ਹਨ ਜੋ ਸ਼ਾਇਦ ਨਾਨ ਸਟੈਂਡਰਡ ਹਨ ਪਰ ਮਦਦ ਕਰ ਸਕਦੇ ਹਨ ਜੇਕਰ ਸਾਨੂੰ ਉਹ ਯਾਦ ਹਨ ਜਿਸ ਦੀ ਡਿਫਰੈਂਸ਼ੀਅਲ ਐਗਜ਼ੈਕਟਲੀ ਟਰਮ ਇਹ ਹੈ। ਉਦਾਹਰਨ ਲਈ y dx plus x dy
ਜੇਕਰ ਸਾਡੇ ਕੋਲ ਇਹ ਟਰਮ y dx plus x dy ਹੈ ਤਾਂ ਇਹ ਕੁਝ ਨਹੀਂ ਹੈ ਸਿਰਫ xy ਦਾ ਡਿਫਰੈਂਸ਼ੀਅਲ ਹੈ। ਅਤੇ ਅਸੀਂ ਆਸਾਨੀ ਨਾਲ ਵੈਰੀਫਾਈ ਕਰ ਸਕਦੇ ਹਾਂ ਤਾਂ ਕਿ ਇਸ xy ਦਾ ਡਿਫਰੈਂਸ਼ੀਅਲ ਦੁਬਾਰਾ ਪਰਿਭਾਸ਼ਾ ਦੇ ਅਨੁਸਾਰ ਹੋਵੇ, ਇਸ ਲਈ ਫੰਕਸ਼ਨ dx ਦੇ dlx ਬਟਾ dlx ਅਤੇ ਪਲਸ ਇਸ ਦਿੱਤੇ ਗਏ ਫੰਕਸ਼ਨ n dy ਦੇ dl ਬਟਾ dly, ਇਸ ਲਈ ਇੱਥੇ x ਦੇ ਸੰਬੰਧ ਵਿੱਚ xy ਦਾ ਪਾਰਸ਼ਲ ਡੈਰੀਵੇਟਿਵ y dx ਹੋਵੇਗਾ ਅਤੇ ਪਲਸ ਇੱਥੇ x dy ਹੋਵੇਗਾ। ਇਸ ਲਈ, ਜੇਕਰ ਅਸੀਂ ਡਿਫਰੈਂਸ਼ੀਅਲ ਇਕੁਏਸ਼ਨ ਵਿੱਚ ਅਜਿਹੀ ਟਰਮ ਦੇਖਦੇ ਹਾਂ ਜਾਂ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਦੁਬਾਰਾ ਲਿਖਣ ਤੇ ਅਸੀਂ ਇਹ ਦੇਖਦੇ ਹਾਂ ਕਿ ਇੱਥੇ y dx plus x dy ਟਰਮ ਹੈ, ਤਾਂ ਅਸੀਂ ਪਹਿਲਾਂ ਤੋਂ ਹੀ ਜਾਣਦੇ ਹਾਂ ਇਹ ਟਰਮ xy ਦਾ ਡਿਫਰੈਂਸ਼ੀਅਲ ਹੈ। ਇਸ ਲਈ ਇਹ ਯਾਦ ਰੱਖਣਾ ਲਾਭਦਾਇਕ ਹੋ ਸਕਦਾ ਹੈ ਕਿ ਇਸ xy ਦਾ ਡਿਫਰੈਂਸ਼ੀਅਲ y dx plus x dy ਤੋਂ ਇਲਾਵਾ ਕੁਝ ਨਹੀਂ ਹੈ। ਇੱਕ ਹੋਰ ਸਟੈਂਡਰਡ ਫਾਰਮ ਇਸ y ਦਾ x ਡਿਫਰੈਂਸ਼ੀਅਲ ਹੋ ਸਕਦਾ ਹੈ, ਇਸ ਲਈ ਦੁਬਾਰਾ ਉਸ ਫਾਰਮੂਲੇ ਦੀ ਵਰਤੋਂ ਕਰਕੇ ਜਿਸ ਦੀ ਅਸੀਂ ਹੁਣੇ ਵਰਤੋਂ ਕੀਤੀ ਹੈ, ਅਸੀਂ ਦੇਖਾਂਗੇ ਕਿ ਇਸ y ਬਟਾ x ਦਾ ਡਿਫਰੈਂਸ਼ੀਅਲ x dy ਮਾਈਨਸ y dx ਬਟਾ x ਸਕੁਅਰ ਤੋਂ ਇਲਾਵਾ ਕੁਝ ਨਹੀਂ ਹੈ। ਅਤੇ ਇਹ ਸਿਰਫ ਦੁਬਾਰਾ ਅਪਰੋਚ ਸਮਾਨ ਹੈ ਜੋ ਅਸੀਂ ਇਸ ਫੰਕਸ਼ਨ y ਬਟਾ x ਦੇ ਸੰਬੰਧ ਵਿੱਚ ਡੈਰੀਵੇਟਿਵ ਲੈਂਦੇ ਹਾਂ ਅਤੇ ਫਿਰ ਇਹ dx ਪਲਸ y ਅਤੇ ਫਿਰ dy ਦੇ ਸੰਬੰਧ ਵਿੱਚ ਫੰਕਸ਼ਨ y ਬਟਾ x ਦਾ ਇਹ ਪਾਰਸ਼ਲ ਡੈਰੀਵੇਟਿਵ। ਤਾਂ ਇੱਥੇ x ਦੇ ਸੰਬੰਧ ਵਿੱਚ ਅਸੀਂ ਮਾਈਨਸ y ਬਟਾ x ਸਕੁਅਰ dx ਪ੍ਰਾਪਤ ਕਰਾਂਗੇ ਅਤੇ ਇੱਥੇ ਅਸੀਂ y ਦੇ ਸੰਬੰਧ ਵਿੱਚ 1 ਬਟਾ x ਅਤੇ dy ਪ੍ਰਾਪਤ ਕਰਾਂਗੇ ਅਤੇ ਇਹ ਦਿੱਤੀ ਗਈ ਐਗਜ਼ੈਕਟਲੀ ਡਿਫਰੈਂਸ਼ੀਅਲ ਇਕੁਏਸ਼ਨ ਇੱਕ ਦਿੱਤੀ ਗਈ ਐਕਸਪ੍ਰੈਸ਼ਨ ਇਕੁਏਸ਼ਨ ਹੈ। ਇਸ ਲਈ ਸਾਡੇ ਕੋਲ x ਸਕੁਅਰ ਹੈ, ਇਸ ਲਈ ਇੱਥੇ x dy ਅਤੇ ਫਿਰ ਮਾਈਨਸ y dx ਹੈ। ਇਸ ਲਈ ਜੇਕਰ ਇਹ ਟਰਮ ਅਜਿਹੀ ਟਰਮ ਪ੍ਰਗਟ ਹੁੰਦੀ ਹੈ ਜਾਂ ਸਿਰਫ x ਸਕੁਅਰ ਨਾਲ ਡਿਵਾਈਡ ਕਰਨ ਨਾਲ ਅਸੀਂ ਅਜਿਹੀ ਟਰਮ ਨੂੰ ਡਿਫਰੈਂਸ਼ੀਅਲ ਇਕੁਏਸ਼ਨ ਵਿੱਚ ਦੇਖਦੇ ਹਾਂ। ਇਸ ਲਈ ਇਹ ਤੁਰੰਤ ਸਾਡੇ ਲਈ ਕਲਿੱਕ ਕਰੇਗਾ ਕਿ ਇਹ x ਬਟਾ y ਦਾ ਡਿਫਰੈਂਸ਼ੀਅਲ ਹੈ ਅਤੇ ਫਿਰ ਅਸੀਂ ਦੁਬਾਰਾ ਇੰਟੀਗ੍ਰੇਸ਼ਨ ਲਈ ਆਸਾਨੀ ਨਾਲ ਅੱਗੇ ਵਧ ਸਕਦੇ ਹਾਂ। ਇਸ ਲਈ ਇਹ ਸਟੈਂਡਰਡ ਡਿਫਰੈਂਸ਼ੀਅਲ ਵਿੱਚੋਂ ਇੱਕ ਜਿਸ ਦੀ ਵਰਤੋਂ ਅਸੀਂ ਡਿਫਰੈਂਸ਼ੀਅਲ ਇਕੁਏਸ਼ਨ ਦਾ ਅਨੁਮਾਨ ਲਗਾਉਣ ਵਿੱਚ ਕਰ ਸਕਦੇ ਹਾਂ। ਇਸ ਲਈ ਇੱਥੇ ਜਾਂ ਇਹ y ਬਟਾ x ਦੀ ਬਜਾਏ x ਬਟਾ y ਵੀ ਹੋ ਸਕਦਾ ਹੈ, ਤਾਂ ਫਾਰਮੂਲਾ ਸਿਰਫ y dx ਮਾਈਨਸ x dy ਬਟਾ y ਸਕੁਅਰ ਹੋਵੇਗਾ। ਇੱਥੇ ਇੱਕ ਹੋਰ ਸਟੈਂਡਰਡ ਫਾਰਮ ਡਿਫਰੈਂਸ਼ੀਅਲ ਹੈ, ਇਸ ਲਈ ਇਸ x dy ਮਾਈਨਸ y dx ਦੀ ਬਜਾਏ, ਇਸ ਲਈ ਇੱਥੇ ਇਹ x ਸਕੁਅਰ ਜਾਂ ਇੱਥੇ ਇਸ x ਸਕੁਅਰ ਦਾ y ਸਕੁਅਰ ਅਤੇ y ਸਕੁਅਰ ਉਦਾਹਰਨ ਲਈ ਇੱਥੇ ਦੁਬਾਰਾ ਸਮਾਨ ਐਕਸਪ੍ਰੈਸ਼ਨ ਵਿੱਚ xy ਦਿੱਤਾ ਗਿਆ ਹੈ x dy ਮਾਈਨਸ y dx ਬਟਾ xy। ਇਸ ਲਈ ਇਹ y ਬਟਾ x ਦੇ ਲੋਗਰਿਦਮਿਕ ਦਾ ਡਿਫਰੈਂਸ਼ੀਅਲ ਹੈ ਜਿਸ ਨੂੰ ਅਸੀਂ ਦੁਬਾਰਾ ਪ੍ਰੂਫ ਕਰ ਸਕਦੇ ਹਾਂ ਜਿਵੇਂ ਅਸੀਂ ਇਸ ਕੇਸ ਵਿੱਚ ਕੀਤਾ ਹੈ। y ਦੇ ਸੰਬੰਧ ਵਿੱਚ ln y ਬਟਾ x ਦੇ ਪਾਰਸ਼ਲ ਡੈਰੀਵੇਟਿਵ ਦੇ ਸੰਬੰਧ ਵਿੱਚ ਇਸ ਦੇ ਪਾਰਸ਼ਲ ਡੈਰੀਵੇਟਿਵ ਨੂੰ ਪ੍ਰਾਪਤ ਕਰਨ ਵਾਲੇ ਡਿਫਰੈਂਸ਼ੀਅਲ ਦੀ ਪਰਿਭਾਸ਼ਾ ਦੀ ਵਰਤੋਂ ਕਰਦੇ ਹੋਏ ਅਸੀਂ ਇੱਥੇ ਇਹ ਐਕਸਪ੍ਰੈਸ਼ਨ ਪ੍ਰਾਪਤ ਕਰ ਸਕਦੇ ਹਾਂ ਜਾਂ ਲੋਗਰਿਦਮਿਕ ਦਾ ਡਿਫਰੈਂਸ਼ੀਅਲ x ਬਟਾ y। ਇਸ ਦੇ ਨਾਲ ਹੀ ਅਸੀਂ ਚਰਚਾ ਕਰ ਸਕਦੇ ਹਾਂ, ਇਸ ਲਈ ਇੱਥੇ ਇਹ ਸਿਮਿਲਰ ਹੋਵੇਗਾ ਜੋ ਸਾਡੇ ਕੋਲ ਇੱਥੇ x ਬਟਾ y ਲਈ ਸੀ ਤਾਂ y dx ਮਾਈਨਸ xy ਅਤੇ ਦੁਬਾਰਾ ਇਹ xy ਇੱਥੇ ਇਸ ਲਈ ਦੋਵੇਂ ਲਗਭਗ ਇੱਕੋ ਜਿਹੇ ਦਿਖਾਈ ਦਿੰਦੇ ਹਨ, ਪਰ ਡਿਫਰੈਂਸ ਇੱਥੇ ਇਸ ਦਾ xy x ਸਕੁਅਰ ਹੈ ਅਤੇ ਇੱਥੇ y ਸਕੁਅਰ, ਪਰ ਇੱਥੇ ਸਾਡੇ ਕੋਲ xy ਹੈ। ਇਸ ਲਈ ਇੱਕ ਵਾਰ ਜਦੋਂ ਅਸੀਂ ਅਜਿਹੇ ਟਰਮਜ਼ ਨੂੰ ਦੇਖਦੇ ਹਾਂ ਤਾਂ ਅਸੀਂ ਤੁਰੰਤ ਪਛਾਣ ਸਕਦੇ ਹਾਂ ਕਿ ਇਹ y ਬਟਾ x ਜਾਂ x ਬਟਾ y ਦੇ ਲੋਗਰਿਦਮਿਕ ਫੰਕਸ਼ਨ ਦਾ ਡਿਫਰੈਂਸ਼ੀਅਲ ਹੈ। ਇੱਕ ਹੋਰ ਸਟੈਂਡਰਡ ਫਾਰਮ x dy ਮਾਈਨਸ x dx ਹੋ ਸਕਦਾ ਹੈ। ਦੁਬਾਰਾ ਸਾਡੇ ਕੋਲ ਇਹ ਕਾਮਨ ਟਰਮ ਹੈ x dy ਮਾਈਨਸ y dx, ਪਰ ਇੱਥੇ ਸਾਡੇ ਕੋਲ x ਸਕੁਅਰ ਪਲਸ y ਸਕੁਅਰ ਹੈ। ਇਸ ਲਈ ਜੇਕਰ ਸਾਡੇ ਕੋਲ ਆਪਣੀ ਇਕੁਏਸ਼ਨ ਨੂੰ ਇਸ ਫਾਰਮ ਵਿੱਚ ਦੁਬਾਰਾ ਲਿਖਣ ਦੀ ਸੰਭਾਵਨਾ ਹੈ, ਫਿਰ ਅਸੀਂ ਜਾਣਦੇ ਹਾਂ ਕਿ ਇਹ tan ਇਨਵਰਸ y ਬਟਾ x ਜਾਂ tan ਇਨਵਰਸ x ਬਟਾ y ਦੇ ਡਿਫਰੈਂਸ਼ੀਅਲ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਇਸ ਲਈ ਸਾਡੇ ਕੋਲ ਇਸ y dx ਮਾਈਨਸ x dy ਬਟਾ ਇਹ y ਸਕੁਅਰ ਪਲਸ x ਸਕੁਅਰ। ਇਸ ਲਈ ਇਹ
ਇਸ ਸਟੈਂਡਰਡ ਫੰਕਸ਼ਨ tan ਇਨਵਰਸ x ਬਟਾ y ਦਾ ਸਟੈਂਡਰਡ ਡਿਫਰੈਂਸ਼ੀਅਲ ਹੈ, ਅਤੇ ਇੱਕ ਹੋਰ ਜਿਸ ਦੀ ਅਸੀਂ ਇੱਥੇ ਲੋਗਰਿਦਮਿਕ xy ਦੀ ਚਰਚਾ ਕੀਤੀ ਹੈ ਤਾਂ ਜੇਕਰ ਸਾਡੇ ਕੋਲ ਇਹ ਪਲਸ ਟਰਮ ਹੈ ਜਿਵੇਂ ਕਿ ਸਾਡੇ ਕੋਲ y dx ਪਲਸ x dy ਸੀ, ਅਤੇ ਪਰ ਡਿਵਾਈਡ ਕਰਕੇ ਇਹ ਨੰਬਰ ਇਹ ਐਕਸਪ੍ਰੈਸ਼ਨ xy ਸਾਨੂੰ ਇਹ x ਦੇ ਲੋਗਰਿਦਮਿਕ ਦਾ ਇੱਕ ਡਿਫਰੈਂਸ਼ੀਅਲ ਮਿਲਦਾ ਹੈ, ਇਸ ਲਈ ਇਹ ਕੁਝ ਸਟੈਂਡਰਡ ਡਿਫਰੈਂਸ਼ੀਅਲ ਹਨ। ਪਰ ਹੋਰ ਵੀ ਬਹੁਤ ਸਾਰੇ ਹੋ ਸਕਦੇ ਹਨ। ਜੇਕਰ ਅਸੀਂ ਇਸ ਸਟੈਂਡਰਡ ਡਿਫਰੈਂਸ਼ੀਅਲ ਨੂੰ ਪਛਾਣ ਸਕਦੇ ਹਾਂ, ਤਾਂ ਇਹ ਸੋਲਵ ਕਰਨ ਲਈ ਬਹੁਤ ਉਪਯੋਗੀ ਹੈ। ਇਕੁਏਸ਼ਨ ਜੋ ਐਗਜ਼ੈਕਟ ਨਹੀਂ ਹਨ ਪਰ ਉਹਨਾਂ ਨੂੰ ਕੁਝ ਫੰਕਸ਼ਨਾਂ ਨਾਲ ਮਲਟੀਪਲਾਈਂਗ ਜਾਂ ਡਿਵਾਈਡਿੰਗ ਕਰਕੇ ਐਗਜ਼ੈਕਟ ਬਣਾਇਆ ਜਾ ਸਕਦਾ ਹੈ ਤਾਂ ਜੋ ਅਸੀਂ ਉਹਨਾਂ ਸਟੈਂਡਰਡ ਫਾਰਮਸ ਨੂੰ ਦੇਖ ਸਕੀਏ ਅਤੇ ਫਿਰ ਅਸੀਂ ਡਿਫਰੈਂਸ਼ੀਅਲ ਨੂੰ ਲਿਖ ਸਕੀਏ। ਇਸ ਲਈ ਅਸੀਂ ਘੱਟੋ ਘੱਟ ਇੱਕ ਉਦਾਹਰਣ ਦੇ ਕੇ ਜਾਵਾਂਗੇ ਜਿੱਥੇ ਸਾਡੇ ਕੋਲ ਉਹਨਾਂ ਸਟੈਂਡਰਡ ਡਿਫਰੈਂਸ਼ੀਅਲਸ ਨੂੰ ਪਛਾਣਨ ਦੀ ਅਜਿਹੀ ਸੰਭਾਵਨਾ ਹੋ ਸਕਦੀ ਹੈ। ਇਸ ਲਈ ਅਸੀਂ ਦੁਬਾਰਾ ਜਾਂਚ ਕਰ ਸਕਦੇ ਹਾਂ ਕਿ ਇਹ ਇੱਕ ਐਗਜ਼ੈਕਟ ਡਿਫਰੈਂਸ਼ੀਅਲ ਇਕੁਏਸ਼ਨ ਨਹੀਂ ਹੈ, ਕਿਉਂਕਿ del m ਬਟਾ del y del n ਬਟਾ del n ਦੇ ਇਕੁਅਲ ਨਹੀਂ ਹੈ। ਇਸ ਲਈ ਇੱਥੇ del y ਬਟਾ del m ਕੀ ਹੈ, ਇਸ ਲਈ ਇੱਥੇ ਸਾਡੇ ਕੋਲ m ਹੈ, ਅਤੇ ਇਹ n m dx dy ਹੈ, ਇਸ ਲਈ del m ਬਟਾ del y ਹੋਵੇਗਾ ਇਹ y ਕਿਊਬ ਪਲਸ y 103 y ਸਕੁਏਅਰ ਅਤੇ ਪਲਸ 1 ਹੈ, ਜੋ y ਦੇ ਸੰਬੰਧ ਵਿੱਚ ਇਸ m ਦਾ ਡੈਰੀਵੇਟਿਵ ਹੋਵੇਗਾ, ਅਤੇ x ਦੇ ਸੰਬੰਧ ਵਿੱਚ n ਦਾ ਡੈਰੀਵੇਟਿਵ y ਸਕੁਏਅਰ ਮਾਈਨਸ 1 ਹੋਵੇਗਾ। ਇਸ ਲਈ ਉਹ ਬੇਸ਼ੱਕ ਇਕੁਅਲ ਨਹੀਂ ਹਨ, ਇਸ ਲਈ ਇਸ ਫਾਰਮ ਵਿੱਚ ਦਿੱਤੀ ਗਈ ਇਹ ਸਮੀਕਰਨ ਇੱਕ ਐਗਜ਼ੈਕਟ ਡਿਫਰੈਂਸ਼ੀਅਲ ਇਕੁਏਸ਼ਨ ਨਹੀਂ ਹੈ। ਇਸ ਲਈ ਇਸ ਪਹੁੰਚ ਨੂੰ ਇਨਸਪੈਕਸ਼ਨ ਦੁਆਰਾ ਅਸੀਂ ਹੁਣ ਕਰਾਂਗੇ ਤਾਂ ਇੱਥੇ ਸਾਡੇ ਕੋਲ y ਸਕੁਏਅਰ ਹੈ, ਇੱਥੇ ਵੀ ਸਾਡੇ ਕੋਲ y ਸਕੁਏਅਰ ਹੈ, ਇਸ dx ਨਾਲ y ਸਕੁਏਅਰ ਇੱਥੇ ਵੀ dy ਦੇ ਨਾਲ y ਸਕੁਏਅਰ ਹੈ। ਇਸ ਲਈ ਜੇਕਰ ਤੁਸੀਂ ਇਹਨਾਂ ਦੋਨਾਂ ਟਰਮਜ਼ ਵਿੱਚੋਂ y ਸਕੁਏਅਰ ਕਾਮਨ ਲੈਂਦੇ ਹੋ ਤਾਂ ਸਾਨੂੰ y dx x dy ਕੀ ਹੋਵੇਗਾ ਜੋ ਕਿ ਨਾਨ ਟਰਮ ਹੈ ਜਿਸ ਨੂੰ ਅਸੀਂ ਪਹਿਲਾਂ y dx ਪਲਸ x dy ਵਜੋਂ ਦੇਖਿਆ ਹੈ, ਅਤੇ ਫਿਰ ਬਾਕੀ ਇੱਥੇ ਹੋਵੇਗਾ y dx ਅਤੇ ਮਾਈਨਸ x dy ਉਹ ਟਰਮ ਵੀ ਅਸੀਂ ਪਹਿਲਾਂ ਦੇਖਿਆ ਹੈ। ਇਸ ਲਈ ਪਹਿਲਾਂ ਇਸ ਇਕੁਏਸ਼ਨ ਨੂੰ ਇਸ ਫਾਰਮ ਵਿੱਚ ਦੁਬਾਰਾ ਲਿਖਣਾ ਇਹਨਾਂ ਦੋ ਟਰਮਜ਼ ਤੋਂ ਇਸ y ਸਕੁਏਅਰ ਨੂੰ ਕਾਮਨ ਕਰਨ ਨਾਲ ਸਾਨੂੰ y dx ਮਿਲਦਾ ਹੈ, ਅਤੇ ਅਸੀਂ ਇੱਥੇ ਵੀ ਪ੍ਰਾਪਤ ਕਰਦੇ ਹਾਂ x dy, ਅਤੇ ਫਿਰ ਪਲਸ ਇਸ y ਟਾਈਮਸ ਇਸ dx ਅਤੇ ਮਾਈਨਸ ਇਸ x ਟਾਈਮਸ ਮਾਈਨਸ ਇਸ x ਟਾਈਮਸ dy ਜੋ 0 ਦੇ ਇਕੁਅਲ ਹੈ। ਅਤੇ ਹੁਣ ਇਹ ਇਸ ਇਕੁਏਸ਼ਨ ਨੂੰ ਇਸ y ਸਕੁਏਅਰ ਨਾਲ ਡਿਵਾਈਡ ਕਰ ਰਹੇ ਹਨ ਤਾਂ ਜੇਕਰ ਅਸੀਂ ਇਸ ਇਕੁਏਸ਼ਨ ਨੂੰ y ਸਕੁਏਅਰ ਨਾਲ ਡਿਵਾਈਡ ਕਰਦੇ ਹਾਂ ਕਿਉਂਕਿ ਉਹ ਸਾਰੇ ਸਟੈਂਡਰਡ ਅਸੀਂ ਦੇਖਿਆ ਹੈ ਕਿ ਡਿਵੀਜ਼ਨ ਵਿੱਚ ਚੀਜ਼ ਸੀ, ਇਸ ਲਈ ਜੇਕਰ ਅਸੀਂ ਇਸ y ਸਕੁਏਅਰ ਨੂੰ ਡਿਵਾਈਡ ਕਰਦੇ ਹਾਂ ਤਾਂ ਇਹ ਇੱਥੇ ਬਹੁਤ ਹੀ ਸਟੈਂਡਰਡ ਫਾਰਮ ਹੈ y dx x dy, ਅਤੇ ਇਹ y dx ਮਾਈਨਸ x dy ਬਾਏ y ਸਕੁਏਅਰ ਨਾਲ ਡਿਵਾਈਡ ਕੀਤਾ ਗਿਆ ਹੈ। ਅਤੇ ਪਿਛਲੀ ਸਲਾਈਡ ਤੋਂ ਯਾਦ ਕਰਨ ਲਈ ਸਾਡੇ ਕੋਲ ਹੈ ਕਿ ਇਸ xy ਦਾ ਡਿਫਰੈਂਸ਼ੀਅਲ y dx ਪਲਸ x dy ਹੈ, ਅਤੇ x ਤੇ y ਦਾ ਫਰਕ y dx ਮਾਈਨਸ x dy ਤੇ y ਸਕੁਏਅਰ ਹੈ। ਇਸ ਲਈ ਅਸੀਂ ਇਹਨਾਂ ਦੋ ਡਿਫਰੈਂਸ਼ੀਅਲ ਦੀ ਵਰਤੋਂ ਕਰ ਸਕਦੇ ਹਾਂ, ਪਰ ਸਾਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਇਹ xy ਦਾ ਡਿਫਰੈਂਸ਼ੀਅਲ ਹੈ ਅਤੇ ਇਹ x ਤੇ y ਦਾ ਡਿਫਰੈਂਸ਼ੀਅਲ ਹੈ। ਇੱਕ ਵਾਰ ਜਦੋਂ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਤਾਂ ਅਸੀਂ ਸਿਰਫ xy ਪਲਸ ਦੇ ਡਿਫਰੈਂਸ਼ੀਅਲ ਦੇ ਰੂਪ 'ਚ ਦੁਬਾਰਾ ਲਿਖ ਸਕਦੇ ਹਾਂ ਅਤੇ x ਤੇ y ਦੇ ਡਿਫਰੈਂਸ਼ੀਅਲ ਨੂੰ ਅਰਥਾਤ ਸਾਡੇ ਕੋਲ ਹੈ ਇਸ xy ਪਲਸ ਅਤੇ ਇਸ x ਬਟਾ y ਦਾ ਡਿਫਰੈਂਸ਼ੀਅਲ 0 ਦੇ ਇਕੁਅਲ ਹੈ। ਇਸ ਲਈ ਸਾਡੇ ਕੋਲ ਇਹ ਫੰਕਸ਼ਨ f ਹੈ ਜਿਸ ਦਾ ਡਿਫਰੈਂਸ਼ੀਅਲ ਹੁਣ ਦਿੱਤਾ ਗਿਆ ਹੈ। ਡਿਫਰੈਂਸ਼ੀਅਲ ਇਕੁਏਸ਼ਨ ਇਸ ਲਈ ਭਾਵੇਂ ਇਕੁਏਸ਼ਨ ਐਗਜ਼ੈਕਟ ਨਹੀਂ ਸੀ ਪਰ ਇਸ y ਸਕੁਏਅਰ ਨਾਲ ਡਿਵਾਈਡਿੰਗ ਨਾਲ ਇਹ ਇਕੁਏਸ਼ਨ ਐਗਜ਼ੈਕਟ ਬਣ ਜਾਂਦੀ ਹੈ, ਅਤੇ ਜਿਸ ਦਾ ਡਿਫਰੈਂਸ਼ੀਅਲ ਅਸੀਂ ਹੁਣ ਜਾਣਦੇ ਹਾਂ ਕਿ ਇਹ xy ਪਲਸ x ਦਾ y ਤੇ y ਦਾ ਡਿਫਰੈਂਸ਼ੀਅਲ ਹੈ, ਇਸ ਡਿਵੀਜ਼ਨ ਤੋਂ ਬਾਅਦ ਦਿੱਤਾ ਗਿਆ ਮੋਡੀਫਾਈਡ ਇਕੁਏਸ਼ਨ ਹੈ। ਇਸ ਲਈ ਇਸ ਨਾਲ ਹੁਣ ਅਸੀਂ ਸੋਲਿਊਸ਼ਨ ਵੀ ਲਿਖ ਸਕਦੇ ਹਾਂ ਕਿਉਂਕਿ ਸਾਡੇ ਕੋਲ ਫੰਕਸ਼ਨ f ਸਿੱਧਾ ਇੱਥੇ ਹੈ। ਇਸ ਲਈ f ਕੌਨਸਟੈਂਟ ਦੇ ਇਕੁਅਲ ਹੋਵੇਗਾ। ਸੋਲਿਊਸ਼ਨ ਹੋਵੇਗਾ ਤਾਂ ਇੱਥੇ xy ਪਲਸ x ਤੇ y ਜੋ ਕਿ ਸਾਡਾ f ਹੁਣ ਹੈ ਜਿਸ ਦਾ ਡਿਫਰੈਂਸ਼ੀਅਲ ਇਹ 1 ਹੈ ਅਤੇ ਕੁਝ ਕੌਨਸਟੈਂਟ ਦੇ ਇਕੁਅਲ ਹੈ। ਇਸ ਲਈ ਇਹ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲਿਊਸ਼ਨ ਹੈ। ਅਸੀਂ ਇੱਥੇ ਇਸ ਫਾਰਮ ਨੂੰ xy ਸਕੁਏਅਰ ਪਲਸ x ਅਤੇ cy ਨੂੰ ਦੇਖਣ ਲਈ ਮਲਟੀਪਲਾਈ ਬਾਏ y ਕਰ ਸਕਦੇ ਹਾਂ। ਇਸ ਲਈ ਇਹ ਡਿਫਰੈਂਸ਼ੀਅਲ ਹੈ, ਇਹ ਦਿੱਤੇ ਗਏ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲਿਊਸ਼ਨ ਹੈ। ਥੋੜੀ ਜਿਹੀ ਜਨਰਲ ਅਪਰੋਚ ਬਾਰੇ ਅਸੀਂ ਚਰਚਾ ਕਰਾਂਗੇ ਕਿਉਂਕਿ ਇੱਥੇ ਇਨਸਪੈਕਸ਼ਨ ਦੁਆਰਾ ਇਹ ਹਮੇਸ਼ਾ ਆਸਾਨ ਨਹੀਂ ਹੁੰਦਾ ਹੈ। ਕੁਝ ਫੰਕਸ਼ਨਾਂ ਨੂੰ
ਨਾਲ ਮਲਟੀਪਲਾਈ ਜਾਂ ਡਿਵਾਈਡ ਕਰਨ ਤੋਂ ਬਾਅਦ ਇਕੁਏਸ਼ਨ 'ਚ ਆਉਣਾ ਸਟੈਂਡਰਡ ਡਿਫਰੈਂਸ਼ੀਅਲ ਨੂੰ ਵੇਖਣ ਲਈ। ਇਸ ਲਈ ਇੱਥੇ ਸਾਡੇ ਕੋਲ ਇੱਕ ਹੋਰ ਜਾਂ ਨਾ ਕਿ ਸਿਸਟੇਮੈਟਿਕ ਅਪਰੋਚ ਹੈ ਜਿਸ ਨੂੰ ਅਸੀਂ ਇੰਟੀਗ੍ਰੇਟਿੰਗ ਕਰਨ ਵਾਲੇ ਫੈਕਟਰ ਨੂੰ ਪ੍ਰਾਪਤ ਕਰਨ ਲਈ ਦੀ ਪਾਲਣਾ ਕਰ ਸਕਦੇ ਹਾਂ। ਇਸ ਲਈ ਇੱਥੇ ਵਿਚਾਰ ਦਿੱਤੇ ਗਏ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਮਲਟੀਪਲਾਈ ਕਰਨਾ ਹੈ ਜੋ ਐਗਜ਼ੈਕਟ ਨਹੀਂ ਹੈ। ਇਸ ਲਈ ਇਹ ਮੰਨ ਲਓ ਕਿ ਇਹ ਇੱਕ ਐਗਜ਼ੈਕਟ ਡਿਫਰੈਂਸ਼ੀਅਲ ਇਕੁਏਸ਼ਨ ਨਹੀਂ ਹੈ, ਪਰ ਜੇਕਰ ਅਸੀਂ ਇਸ ਫੰਕਸ਼ਨ ਨੂੰ ਮਲਟੀਪਲਾਈ ਬਾਏ ixy ਕਰਦੇ ਹਾਂ ਜਿਸ ਨੂੰ ਅਸੀਂ ਇੰਟੀਗ੍ਰੇਟਿੰਗ ਫੈਕਟਰ ਕਹਿੰਦੇ ਹਾਂ, ਅਤੇ ਫਿਰ ਇਸ ix ਨੂੰ ਚੁਣਨ ਦੀ ਕੋਸ਼ਿਸ਼ ਕਰੋ ਤਾਂ ਜੋ ਇਹ ਫੰਕਸ਼ਨ ਇਹ ਇਕੁਏਸ਼ਨ ਨੂੰ ਦਿੱਤੇ ਗਏ ਡਿਫਰੈਂਸ਼ੀਅਲ ਇਕੁਏਸ਼ਨ ਬਾਏ i ਨਾਲ ਮਲਟੀਪਲਾਈਂਗ ਕਰਨ ਤੋਂ ਬਾਅਦ ਇਹ ਐਗਜ਼ੈਕਟ ਬਣ ਜਾਵੇ ਜੋ ਕਿ ਇੰਟੀਗ੍ਰੇਟਿੰਗ ਫੈਕਟਰ ਦਾ ਵਿਚਾਰ ਹੈ ਕਿ ਅਸੀਂ ਇੱਥੇ ixy ਅਜਿਹੇ ਫੰਕਸ਼ਨ ਬਾਰੇ ਸੋਚ ਰਹੇ ਹਾਂ ਜਦੋਂ ਅਸੀਂ ਇਸ ixy ਨੂੰ ਇਸ ਦਿੱਤੇ ਗਏ ਡਿਫਰੈਂਸ਼ੀਅਲ ਇਕੁਏਸ਼ਨ ਨਾਲ ਮਲਟੀਪਲਾਈ ਕਰਦੇ ਹਾਂ ਤਾਂ ਇਹ ਐਗਜ਼ੈਕਟ ਡਿਫਰੈਂਸ਼ੀਅਲ ਇਕੁਏਸ਼ਨ ਬਣ ਜਾਣਾ ਚਾਹੀਦਾ ਹੈ। ਇਸ ਲਈ ਇਹ ਉਹ ਪੁਆਇੰਟ ਹੈ ਜਿੱਥੇ ਅਸੀਂ ਹੁਣ ਅੱਗੇ ਸ਼ੁਰੂ ਕਰਾਂਗੇ। ਇਹ ਮੰਨ ਲਓ ਕਿ ਮੇਰਾ ਮਤਲਬ ਹੈ ਕਿ ਅਸੀਂ ਜਾਣਦੇ ਹਾਂ ਕਿ ਜੇਕਰ ਅਤੇ ਕੇਵਲ ਜੇਕਰ ਕੰਡੀਸ਼ਨ ਸਫੀਸ਼ੀਐਂਟ ਜ਼ਰੂਰੀ ਕੰਡੀਸ਼ਨ ਹੈ ਹੁਣ ਐਗਜ਼ੈਕਟ ਹੋਣ ਲਈ ਇਹ ਇਕੁਏਸ਼ਨ ਇਹ ਹੋਵੇਗਾ ਕਿ y ਦੇ ਸੰਬੰਧ ਵਿੱਚ ਇਸ ਫੰਕਸ਼ਨ ਦਾ dl x ਦੇ ਸੰਬੰਧ ਵਿੱਚ ਇਸ ਦੇ ਪਾਰਸ਼ਲ ਡੈਰੀਵੇਟਿਵ ਦੇ ਇਕੁਅਲ ਹੋਣਾ ਚਾਹੀਦਾ ਹੈ। ਇਸ ਲਈ ਅਸੀਂ ਜਾਣਦੇ ਹਾਂ ਕਿ ਹੁਣ ਇਹ ਇਕੁਏਸ਼ਨ ਐਗਜ਼ੈਕਟ ਹਨ ਜੇਕਰ ਇਹ dlim ਬਟਾ dly ਇਕੁਅਲ ਹੈ dlin ਬਟਾ dlx। ਇਹ ਇੱਕ ਡਿਫਰੈਂਸ਼ੀਅਲ ਇਕੁਏਸ਼ਨ ਦੀ ਐਗਜ਼ੈਕਟਨੈਸ ਲਈ ਇੱਕ ਜ਼ਰੂਰੀ ਅਤੇ ਸਫੀਸ਼ੀਐਂਟ ਕੰਡੀਸ਼ਨਜ਼ ਹੈ। ਇਸ ਲਈ ਇੱਥੇ ਜੇਕਰ ਇਹ ਐਗਜ਼ੈਕਟ ਹੈ ਤਾਂ ਇਹ ਕੰਡੀਸ਼ਨ ਹੋਣੀ ਚਾਹੀਦੀ ਹੈ, ਅਤੇ ਇਸ ਕੰਡੀਸ਼ਨ ਤੋਂ ਅਸੀਂ ਕੁਝ ਖਾਸ ਕੇਸਾਂ 'ਚ ਕੁਝ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਕਿ ਸਾਨੂੰ ਇਸ ਮਲਟੀਪਲਾਇਰ ਜਾਂ ਇੰਟੀਗ੍ਰੇਟਿੰਗ ਫੈਕਟਰ ਵਜੋਂ ਦੀ ਲੋੜ ਹੈ। ਇਸ ਲਈ ਜੇਕਰ ਕੋਈ ਫੰਕਸ਼ਨ i ਇਸ ਇਕੁਏਸ਼ਨ ਨੂੰ ਸੰਤੁਸ਼ਟ ਕਰਦਾ ਹੈ dlyim ਦੇ ਇਕੁਅਲ dl ਬਟਾ dlxin ਦੇ ਇਕੁਅਲ ਹੈ ਤਾਂ ਦਿੱਤੀ ਗਈ ਇਕੁਏਸ਼ਨ ਐਗਜ਼ੈਕਟ ਹੋਵੇਗੀ। ਇੱਥੇ ਪ੍ਰੋਬਲਮ ਇਹ ਹੈ ਕਿ ਇਸ ਇਕੁਏਸ਼ਨ ਦਾ ਸੋਲਿਊਸ਼ਨ ਕੱਢਣਾ ਕਿਉਂਕਿ ਇਹ ਕੋਈ ਸਾਧਾਰਨ ਇਕੁਏਸ਼ਨ ਨਹੀਂ ਇਹ ਇੱਕ ਪਾਰਸ਼ਲ ਡਿਫਰੈਂਸ਼ੀਅਲ ਇਕੁਏਸ਼ਨ ਹੈ। ਸਾਡੇ ਕੋਲ ਇਸ ਇਕੁਏਸ਼ਨ 'ਚ ਪਾਰਸ਼ਲ ਡੈਰੀਵੇਟਿਵਜ਼ ਹਨ, ਇਸ ਲਈ ਇਹ ਇੱਕ ਪਾਰਸ਼ਲ ਡਿਫਰੈਂਸ਼ੀਅਲ ਇਕੁਏਸ਼ਨ ਹੈ ਜਿਸ ਨੂੰ ਇਸ ਇਕੁਏਸ਼ਨ 'ਚੋਂ ਇਸ i ਨੂੰ ਪ੍ਰਾਪਤ ਕਰਨ ਲਈ ਸੋਲਿਊਸ਼ਨ ਕੱਢਣਾ ਬਹੁਤ ਆਸਾਨ ਨਹੀਂ ਹੈ। ਇਸ ਲਈ ਸਾਨੂੰ ਕੁਝ ਖਾਸ ਕੇਸਿਸ ਤੇ ਕੰਸੀਡਰ ਕਰਨਾ ਪਏਗਾ ਜਿੱਥੇ ਅਸੀਂ ਅਜਿਹੀ ਇਕੁਏਸ਼ਨ ਦਾ ਸੋਲਿਊਸ਼ਨ ਕੱਢ ਸਕਦੇ ਹਾਂ। ਇਸ ਲਈ ਅਸੀਂ ਇੱਥੇ ਉਹਨਾਂ 'ਚੋਂ ਘੱਟੋ ਘੱਟ 2 ਨੂੰ ਕੰਸੀਡਰ ਕਰਾਂਗੇ, ਅਤੇ ਹੋਰ ਬਹੁਤ ਸਾਰੇ ਵਿਸ਼ੇਸ਼ ਕੇਸਸ ਹੋ ਸਕਦੇ ਹਨ ਨੂੰ ਇਸ ਪਾਰਸ਼ਲ ਡਿਫਰੈਂਸ਼ੀਅਲ ਇਕੁਏਸ਼ਨਸ ਤੋਂ ਲਿਆ ਜਾ ਸਕਦਾ ਹੈ ਤਾਂ ਜੋ ਅਸੀਂ ਇੱਥੇ ਇਸ ਅਗਿਆਤ ਨੂੰ ਪ੍ਰਾਪਤ ਕਰ ਸਕੀਏ। ਇਸ ਲਈ ਇਹ ਵਿਸ਼ੇਸ਼ ਕੇਸਸ ਇੱਕ ਇੰਟੀਗ੍ਰੇਟਿੰਗ ਫੈਕਟਰ i ਹਨ ਜੋ ਜਾਂ ਤਾਂ ਇਕੱਲੇ x ਦਾ ਇੱਕ ਫੰਕਸ਼ਨ ਹੈ ਜਾਂ ਇਕੱਲੇ y ਦਾ ਫੰਕਸ਼ਨ ਜੋ ਕਿ ਸਾਡੀ ਪਹਿਲਾ ਅਜ਼ੰਪਸ਼ਨ ਹੈ ਕਿ ਅਸੀਂ ਇੰਟੀਗ੍ਰੇਟਿੰਗ ਫੈਕਟਰ ਦੀ ਭਾਲ ਕਰ ਰਹੇ ਹਾਂ ਜੋ ਇਕੱਲੇ x ਦਾ ਫੰਕਸ਼ਨ ਹੈ ਜਾਂ ਇਹ ਇਕੱਲੇ y ਦਾ ਫੰਕਸ਼ਨ ਹੈ। ਇਸ ਲਈ ਅਸੀਂ ਇੱਥੇ ਇਹਨਾਂ 2 ਵਿਸ਼ੇਸ਼ ਕੇਸਿਸ 'ਚ ਕੰਸੀਡਰ ਕਰਾਂਗੇ ਇਸ ਡਿਫਰੈਂਸ਼ੀਅਲ ਇਕੁਏਸ਼ਨ ਜਾਂ ਇਸ ਪਾਰਸ਼ਲ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲਿਊਸ਼ਨ ਪ੍ਰਾਪਤ ਕਰਨ ਲਈ ਇੱਥੇ। ਇਸ ਲਈ ਇੱਕ ਕੇਸ ਵਿੱਚ ਜਦੋਂ ਅਸੀਂ ਇਹ ਮੰਨਦੇ ਹਾਂ ਕਿ ਇਹ ਇਕੱਲੇ x ਦਾ ਇੱਕ ਫੰਕਸ਼ਨ ਹੈ, ਫਿਰ ਇਹ ਇੱਥੇ PDE ਦੀ ਕੰਡੀਸ਼ਨ ਨੂੰ ਘੱਟ ਕੀਤਾ ਜਾ ਸਕਦਾ ਹੈ ਕਿਉਂਕਿ ਅਸੀਂ ਇਹ ਮੰਨ ਲਿਆ ਹੈ ਇਹ ਫੰਕਸ਼ਨ ਇੱਥੇ i ਇਕੱਲੇ x ਦਾ ਇੱਕ ਫੰਕਸ਼ਨ ਹੈ। ਇਸ ਲਈ ਇੱਥੇ ਇਹ ਪਾਰਸ਼ਲ ਡੈਰੀਵੇਟਿਵ ਇਸ im ਦੇ y ਦੇ ਸੰਬੰਧ ਵਿੱਚ ਅਸੀਂ ਕੱਢ ਸਕਦੇ ਹਾਂ ਕਿਉਂਕਿ ਇਹ i ਇਕੱਲੇ x ਦਾ ਇੱਕ ਫੰਕਸ਼ਨ ਹੈ। ਇਸ ਲਈ ਸਾਡੇ ਕੋਲ ਕੁਝ ਸਿੰਪਲੀਫਿਕੇਸ਼ਨ ਹਨ, ਘੱਟੋ ਘੱਟ ਸਾਡੇ ਕੋਲ y ਸ਼ੋਰਟ ਨੋਟੇਸ਼ਨ ਦੇ ਸੰਬੰਧ ਵਿੱਚ m ਦਾ ਪਾਰਸ਼ਲ ਡੈਰੀਵੇਟਿਵ ਹੈ। ਇੱਥੇ ਇਸ ਡੈਰੀਵੇਟਿਵ ਦੇ ਇਕੁਅਲ ਹੈ ਕਿਉਂਕਿ i x ਦਾ ਇੱਕ ਫੰਕਸ਼ਨ ਹੈ। ਇਸ ਲਈ ਸਾਨੂੰ ਪ੍ਰੋਡਕਟ ਰੂਲ ਦੀ ਵਰਤੋਂ ਕਰਨੀ ਪਵੇਗੀ। ਇਸ ਲਈ ਇਹ i x ਹੈ ਇਸ n ਅਤੇ i ਦੇ ਨਾਲ ਇਸ n x ਦੇ ਨਾਲ। ਇਸ ਲਈ ਇੱਥੇ ਪ੍ਰੋਡਕਟ ਰੂਲ ਰਾਈਟ ਹੈਂਡ ਸਾਈਡ ਕਰਦਾ ਹੈ। ਇਸ ਲਈ ਸਾਡੇ ਕੋਲ ਦਿੱਤੇ ਗਏ ਡਿਫਰੈਂਸ਼ੀਅਲ ਇਕੁਏਸ਼ਨ ਦਾ ਦੀ ਬਜਾਏ ਸਿੰਪਲੀਫਾਈਡ ਫਾਰਮ ਹੈ ਜੋ ਸਾਨੂੰ ਦੱਸਦਾ ਹੈ ਕਿ i x ਕੁਝ ਵੀ ਨਹੀਂ ਹੈ ਪਰ im y - in x ਅਤੇ ਡਿਵਾਈਡਡ ਬਾਏ ਦਿਸ n। ਦੁਬਾਰਾ ਮਕਸਦ ਸੋਲਵਡ ਨਹੀਂ ਹੁੰਦਾ ਕਿਉਂਕਿ ਇੱਥੇ di ਬਟਾ dx i ਇਕੱਲੇ x ਦਾ ਇੱਕ ਫੰਕਸ਼ਨ ਹੈ। ਇਸ ਲਈ ਇਹ ਇੱਥੇ di ਤੇ dx ਦਾ ਡੈਰੀਵੇਟਿਵ ਹੈ ਰਾਈਟ ਹੈਂਡ ਸਾਈਡ। ਜੇਕਰ ਇਹ x ਦਾ ਫੰਕਸ਼ਨ ਨਹੀਂ ਹੈ ਤਾਂ ਅਸੀਂ ਸੋਲਿਊਸ਼ਨ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਇਹ ਇਨਕਨਸਿਸਟੈਂਸੀ ਇੱਥੇ ਲੈਫਟ ਹੈਂਡ ਸਾਈਡ ਮਿਲੇਗੀ ਕਿਉਂਕਿ ਅਸੀਂ ਇਹ ਮੰਨ ਲਿਆ ਹੈ ਕਿ i ਇਕੱਲੇ
x ਦਾ ਫੰਕਸ਼ਨ ਹੈ। ਇਸ ਲਈ ਇੱਥੇ ਇਹ ਕੁਝ ਵੀ ਨਹੀਂ ਹੈ ਪਰ ਇੱਥੇ ਆਰਡੀਨਰੀ ਡੈਰੀਵੇਟਿਵ ਦਾ dy ਤੇ dx ਅਤੇ ਇਹ x ਦਾ ਇੱਕ ਫੰਕਸ਼ਨ ਹੈ। ਇਸ ਲਈ ਰਾਈਟ ਹੈਂਡ ਸਾਈਡ ਨੂੰ x ਦਾ ਘੱਟੋ ਘੱਟ ਇੱਥੋਂ ਫੰਕਸ਼ਨ ਹੋਣਾ ਚਾਹੀਦਾ ਹੈ ਘੱਟੋ ਘੱਟ ਇੱਥੋਂ। ਅੱਗੇ ਵਧਣ ਲਈ ਇਸ ਨੂੰ i ਲਈ ਇੱਕ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲਿਊਸ਼ਨ ਕੱਢਣ ਲਈ। ਹਾਂ, ਇਸ ਲਈ ਇਹ ਇੱਕ ਡਿਫਰੈਂਸ਼ੀਅਲ ਇਕੁਏਸ਼ਨ ਹੈ i ਲਈ ਆਰਡੀਨਰੀ ਡਿਫਰੈਂਸ਼ੀਅਲ ਇਕੁਏਸ਼ਨ। ਇਸ ਲਈ ਜੇਕਰ ਇਹ ਇੱਥੇ x ਦਾ ਇੱਕ ਫੰਕਸ਼ਨ ਹੈ ਤਾਂ ਇੱਕ ਹੋਰ ਅਜ਼ੰਪਸ਼ਨ ਕਿ ਜੇਕਰ ਇਹ ਇਕੱਲਾ x ਦਾ ਇੱਕ ਫੰਕਸ਼ਨ ਹੈ ਤਾਂ ਅਸੀਂ ਸ਼ਾਇਦ ਇਸ i ਨੂੰ ਇੰਟੀਗ੍ਰੇਟਿੰਗ ਕਰਨ ਵਾਲੇ ਫੈਕਟਰ ਨੂੰ ਪ੍ਰਾਪਤ ਕਰਨ ਲਈ ਇਸ ਆਮ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲਿਊਸ਼ਨ ਕੱਢ ਸਕਦੇ ਹਾਂ। ਤਾਂ ਸਾਡੀ ਅਗਲੀ ਅਜ਼ੰਪਸ਼ਨ ਇਹ ਹੋਵੇਗੀ ਕਿ ਇਹ m y ਇਸ n x ਤੇ n ਕਿਉਂਕਿ i ਕਿਸੇ ਵੀ ਤਰ੍ਹਾਂ x ਦਾ ਇੱਕ ਫੰਕਸ਼ਨ ਹੈ। ਇਸ ਲਈ ਜੇਕਰ ਇਹ ਇੱਕ ਕੇਵਲ x ਦਾ ਇੱਕ ਫੰਕਸ਼ਨ ਹੈ ਤਾਂ ਇੱਥੇ ਇੱਕ ਵਾਰ ਫਿਰ ਹੋਰ ਅਜ਼ੰਪਸ਼ਨ ਜੋ ਅਸੀਂ ਇਸ i ਨੂੰ ਇਕੱਲੇ x ਦੇ ਫੰਕਸ਼ਨ ਵਜੋਂ ਪ੍ਰਾਪਤ ਕਰਨ ਲਈ ਲੈਂਦੇ ਹਾਂ। ਇਸ ਲਈ ਇੱਥੇ ਜੇਕਰ ਇਹ ਇੱਕ ਫੰਕਸ਼ਨ ਹੈ ਜੋ ਮੁੱਖ ਕੰਡੀਸ਼ਨ ਹੈ ਕਿਉਂਕਿ ਇਹ ਇਸ m ਅਤੇ n ਤੇ ਡਿਵਾਈਡਡ ਬਾਈ n ਤੇ ਡਿਪੈਂਡ ਕਰਦਾ ਹੈ। ਇਸ ਲਈ ਜੇਕਰ ਇਹ ਇਕੱਲੇ x ਦਾ ਇੱਕ ਫੰਕਸ਼ਨ ਹੈ ਤਾਂ ਅਸੀਂ ਇਸ ਆਰਡੀਨਰੀ ਸਿੰਪਲ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲਿਊਸ਼ਨ ਕੱਢ ਸਕਦੇ ਹਾਂ। ਜੇਕਰ ਇਹ ਫੰਕਸ਼ਨ ਇੱਥੇ ਬਹੁਤ ਕੰਪਲਿਕੇਟਡ ਨਹੀਂ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਇਹ ਫੰਕਸ਼ਨ f(x) ਹੈ ਕਿਉਂਕਿ ਅਸੀਂ ਇਹ ਮੰਨਦੇ ਹਾਂ ਕਿ ਜੇਕਰ ਇਹ ਇਕੱਲੇ x ਦਾ ਫੰਕਸ਼ਨ ਹੈ ਤਾਂ ਕੇਵਲ ਅਸੀਂ ਇਸ ਨੂੰ ਸੋਲਵ ਕਰਨ ਲਈ ਅੱਗੇ ਵਧ ਸਕਦੇ ਹਾਂ ixi ਦੇ ਇਕੁਅਲ my ix ਇੱਕ ਇਕੁਏਸ਼ਨ ਤੇ। ਇਸ ਲਈ ਜੇਕਰ ਇਹ ਕੇਵਲ x ਦਾ ਫੰਕਸ਼ਨ ਹੈ ਤਾਂ ਅਸੀਂ ਇਸ ਇਕੁਏਸ਼ਨ ਦਾ ਸੋਲਿਊਸ਼ਨ ਕੱਢ ਸਕਦੇ ਹਾਂ dy ਇਸ i ਤੇ ਰਾਈਟ ਹੈਂਡ ਸਾਈਡ ਤੋਂ ਇਸ f(x) ਦੇ ਇਕੁਅਲ ਹੈ ਜੋ ਅਸੀਂ ਇੱਥੇ ਇਸ ਫੰਕਸ਼ਨ ਲਈ ਵਰਤਿਆ ਹੈ ਅਤੇ ਇਹ dx। ਇਸ ਲਈ ਇਹ ਇੱਕ ਸਿੰਪਲ ਡਿਫਰੈਂਸ਼ੀਅਲ ਇਕੁਏਸ਼ਨ ਹੈ। ਜੇਕਰ ਇਹ f(x) ਇੱਕ ਸਿੰਪਲ ਫੰਕਸ਼ਨ ਹੈ ਤਾਂ ਅਸੀਂ ਇੱਥੋਂ ਇਸ ਇੰਟੀਗ੍ਰੇਟਿੰਗ ਫੈਕਟਰ ਨੂੰ ਪ੍ਰਾਪਤ ਕਰ ਸਕਦੇ ਹਾਂ ਕਿਉਂਕਿ ਇਹ i ਦਾ ਇੱਕ ਲੋਗਰਿਦਮਿਕ ਹੈ f(x) dx ਦੇ ਇਸ ਇੰਟੀਗਰਲ ਦੇ ਇਕੁਅਲ ਹੈ। ਇਸ ਲਈ ਇਹ ix ਇਸ mx dx ਦੇ ਐਕਸਪੋਨੈਂਸ਼ੀਅਲ ਦੇ ਇਕੁਅਲ ਹੈ ਤਾਂ ਜੋ ਇਹ ਇੰਟੀਗ੍ਰੇਟਿੰਗ ਫੈਕਟਰ ਹੋਵੇਗਾ ਤਾਂ ਸਾਨੂੰ ਇਸ m ਦੀ ਜਾਂਚ ਕਰਨ ਦੀ ਕੰਡੀਸ਼ਨ ਕੀ ਹੈ y n x ਬਟਾ ਅਤੇ ਜੇਕਰ ਇਹ ਇਕੱਲੇ x ਦਾ ਫੰਕਸ਼ਨ ਹੈ ਤਾਂ ਅਸੀਂ ਲਿਖ ਸਕਦੇ ਹਾਂ ਕਿ ਇਹ ਇੰਟੀਗ੍ਰੇਟਿੰਗ ਫੈਕਟਰ e ਪਾਵਰ ਇੰਟੀਗਰਲ f(x) dx ਹੋਵੇਗਾ ਕਿਉਂਕਿ ਕੰਸਟਰਕਸ਼ਨ ਦੇ ਅਨੁਸਾਰ ਅਸੀਂ ਲੋੜੀਂਦੀ ਅਤੇ ਸਫੀਸ਼ੀਐਂਟ ਕੰਡੀਸ਼ਨ ਦੁਆਰਾ ਦੇਖਿਆ ਹੈ ਕਿ ਇਹ ਮੈਂ ਹੁਣੇ ਕਰਾਂਗਾ। ਜੇਕਰ ਤੁਸੀਂ ਦਿੱਤੇ ਗਏ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਇਸ ix ਨਾਲ ਮਲਟੀਪਲਾਈ ਕਰਦੇ ਹੋ ਇਸ ਕੇਸ ਵਿੱਚ ਜਦੋਂ ਇਹ ਕੇਵਲ x ਦਾ ਇੱਕ ਫੰਕਸ਼ਨ ਹੈ ਤਾਂ ਇਹ ਹੋਵੇਗਾ ਕਰਨ ਵਾਲਾ ਇੰਟੀਗ੍ਰੇਟਿੰਗ ਫੈਕਟਰ ਵਜੋਂ ਕੰਮ ਕਰਦਾ ਹੈ। ਹੁਣ ਦੂਜੇ ਕੇਸ ਨੂੰ ਵੀ ਅਸੀਂ ਡੀਲ ਕਰ ਸਕਦੇ ਹਾਂ ਜਿਸ ਨੂੰ ਅਸੀਂ ਕੇਸ 2 ਵਿੱਚ ਸਿਰਫ ਦੱਸਿਆ ਹੈ ਜਦੋਂ ਅਸੀਂ ਇਹ ਮੰਨਦੇ ਹਾਂ ਕਿ ਇਹ i ਇੰਟੀਗ੍ਰੇਟਿੰਗ ਫੈਕਟਰ ਉਸ ਕੇਸ ਵਿੱਚ ਇਕੱਲੇ y ਦਾ ਇੱਕ ਫੰਕਸ਼ਨ ਹੈ। ਦੁਬਾਰਾ ਅਜਿਹੀ ਡਿਫਰੈਂਸ਼ੀਅਲ ਇਕੁਏਸ਼ਨ ਬਣ ਜਾਵੇਗੀ ਅਤੇ ਅਸੀਂ ਇਸ ਡਿਫਰੈਂਸ਼ੀਅਲ ਇਕੁਏਸ਼ਨ ਦੀ ਕੰਸਿਸਟੈਂਸੀ ਲਈ ਇਹ ਕੰਡੀਸ਼ਨ ਦੁਬਾਰਾ ਪਾਵਾਂਗੇ ਕਿ 1/m ਅਤੇ x my ਇਕੱਲੇ y ਦਾ ਇੱਕ ਫੰਕਸ਼ਨ ਹੈ। ਹਾਂ, ਇਸ ਲਈ ਹੁਣ ਇੱਥੇ ਜੇਕਰ ਇਹ y ਦਾ ਇੱਕ ਫੰਕਸ਼ਨ ਹੈ ਤਾਂ ਇਹ ਇੱਕ ਅਤੇ ਅਸੀਂ ਕਹਿੰਦੇ ਹਾਂ ਕਿ ਅਸੀਂ ਦੇਖਦੇ ਹਾਂ ਕਿ ਇਹ gy ਹੈ ਤਾਂ ਅਸੀਂ ਇਸ ਡਿਫਰੈਂਸ਼ੀਅਲ ਇਕੁਏਸ਼ਨ ਦਾ ਦੁਬਾਰਾ ਸੋਲਿਊਸ਼ਨ ਕੱਢ ਸਕਦੇ ਹਾਂ ਇਸ ਆਰਡੀਨਰੀ ਡਿਫਰੈਂਸ਼ੀਅਲ ਇਕੁਏਸ਼ਨ ਅਤੇ ਅਸੀਂ ਪ੍ਰਾਪਤ ਕਰ ਸਕਦੇ ਹਾਂ ਕਿਉਂਕਿ ਇਹ i y e ਪਾਵਰ ਦੇ ਇਕੁਅਲ ਹੈ gy dy ਇੰਟੀਗ੍ਰੇਟਿੰਗ ਫੈਕਟਰ ਵਜੋਂ। ਇਸ ਲਈ ਸਾਨੂੰ ਉੱਥੇ ਇਹ ਦੋ ਸਿੰਪਲੀਫਾਈਡ ਕੇਸ ਮਿਲੇ ਹਨ। ਜਿਵੇਂ ਕਿ ਮੈਂ ਕਿਹਾ ਕਿ ਇੱਥੇ ਬਹੁਤ ਸਾਰੇ ਹੋਰ ਕੇਸ ਹੋ ਸਕਦੇ ਹਨ ਜਿੱਥੇ ਅਸੀਂ ਇਸ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਸੋਲਵ ਕਰ ਸਕਦੇ ਹਾਂ। ਇਹ ਕੰਡੀਸ਼ਨ ਜ਼ਰੂਰੀ ਅਤੇ ਸਫੀਸ਼ੀਐਂਟ ਕੰਡੀਸ਼ਨ i ਨੂੰ ਪ੍ਰਾਪਤ ਕਰਨ ਲਈ ਪਰ ਅਸੀਂ ਘੱਟੋ ਘੱਟ ਇਹਨਾਂ ਦੋ ਵਿਸ਼ੇਸ਼ ਕੇਸਸ ਤੇ ਕੰਸੀਡਰਡ ਕੀਤਾ ਹੈ। ਪਹਿਲਾ ਸੀ ਜਦੋਂ ਇਹ my n x ਬਟਾ n ਇਕੱਲੇ x ਦਾ ਫੰਕਸ਼ਨ ਹੈ। ਸੈਕੰਡ ਕੰਡੀਸ਼ਨ ਜੋ ਅਸੀਂ ਇੱਥੇ ਰੱਖੀ ਹੈ ਜਦੋਂ ਇਹ 1/m n x m ਇਕੱਲੇ y ਦਾ ਇੱਕ ਫੰਕਸ਼ਨ ਹੈ। ਇਸ ਲਈ ਉਸ ਕੇਸ 'ਚ ਇਹ ਇੰਟੀਗ੍ਰੇਟਿੰਗ ਫੈਕਟਰ ਹੈ। ਦੂਜੇ ਕੇਸ ਵਿੱਚ ਇਹ ਇੰਟੀਗ੍ਰੇਟਿੰਗ ਫੈਕਟਰ ਸੀ। ਇਸ ਲਈ ਇਸ ਦੇ ਨਾਲ ਅਸੀਂ ਹੁਣ ਕੁਝ ਉਦਾਹਰਣਾਂ ਨੂੰ ਦੇਖਾਂਗੇ। ਆਓ ਇਸ ਪਹਿਲੇ ਇੱਕ a ਸਕੁਏਅਰ ਨੂੰ ਪਲੱਸ y ਸਕੁਏਅਰ ਪਲੱਸ dx ਨੂੰ ਕੰਸੀਡਰ ਕਰੀਏ ਅਤੇ ਇਹ xy dy ਸਿਫਰ ਦੇ ਇਕੁਅਲ ਹੈ। ਇਸ ਲਈ ਸਾਡੇ ਕੋਲ ਇੱਥੇ m ਹੈ, ਸਾਡੇ ਕੋਲ n m ਹੈ x ਸਕੁਏਅਰ ਪਲੱਸ y ਸਕੁਏਅਰ ਪਲੱਸ x ਅਤੇ n xy ਹੈ। ਇਸ ਲਈ ਅਸੀਂ ਜਾਂਚ ਕਰ ਸਕਦੇ ਹਾਂ ਕਿ ਇਹ ਇਕੁਏਸ਼ਨ ਐਗਜ਼ੈਕਟ ਨਹੀਂ ਹੈ ਕਿਉਂਕਿ ਇਸ dl m ਉੱਤੇ dl y ਇੱਥੇ 2y ਹੈ ਅਤੇ dl m ਬਟਾ dl ਸਿਰਫ x ਹੈ। ਦੁਬਾਰਾ ਇੱਥੇ y dl m ਬਟਾ dl x ਸਿਰਫ y ਹੈ। ਇਸ ਲਈ ਕੁਦਰਤੀ ਤੌਰ ਤੇ ਇਹ ਦੋਵੇਂ ਇਕੁਅਲ ਨਹੀਂ ਹਨ। ਪਰ ਅਸੀਂ ਇਸ ਕੇਸ ਵਿੱਚ ਕੀ ਦੇਖਦੇ ਹਾਂ? ਇਹ ਪਿਛਲੀ ਚਰਚਾ ਤੋਂ ਹਨ ਜੋ ਅਸੀਂ ਉਹ ਕੰਡੀਸ਼ਨ ਪ੍ਰਾਪਤ ਕੀਤੀਆਂ ਹਨ
ਅਸੀਂ ਕੀ ਦੇਖਦੇ ਹਾਂ ਕਿ ਇਸ dlm ਦਾ 1/dlm/dly ਮਾਈਨਸ ਇਸ dln/dlx ਉਹ ਐਕਸਪ੍ਰੈਸ਼ਨ ਉੱਥੇ, ਜਦੋਂ ਅਸੀਂ ਇਸ n ਨਾਲ ਡਿਵਾਈਡ ਕਰਦੇ ਹਾਂ ਤਾਂ ਸਾਨੂੰ ਕੀ ਪ੍ਰਾਪਤ ਹੁੰਦਾ ਹੈ n 1/xyc, ਅਤੇ ਇੱਥੇ ਸਾਡੇ ਕੋਲ ਇਹ 2y ਅਤੇ ਇਹ -y ਹੈ। ਇਸ ਲਈ ਇਹ y ਇੱਥੇ ਹੈ ਅਤੇ ਇਹ y ਪ੍ਰਾਪਤ ਕੈਂਸਲਡ ਕਰ ਸਕਦਾ ਹੈ ਅਤੇ ਸਾਡੇ ਕੋਲ ਹੈ x ਵਿੱਚੋਂ 1। ਇਸ ਲਈ ਇਹ ਇੱਥੇ ਇਕੱਲੇ x ਦਾ ਇੱਕ ਫੰਕਸ਼ਨ ਹੈ ਜੋ ਕਿ 1/x ਹੈ ਅਤੇ ਇਹ ਉਹਨਾਂ ਕੰਡੀਸ਼ਨਾਂ ਵਿੱਚੋਂ ਇੱਕ ਸੀ ਜਿਸ ਦਾ ਅਸੀਂ ਹੁਣੇ ਅਧਿਐਨ ਕੀਤਾ ਹੈ ਕਿ ਜੇਕਰ ਇਹ ਇਕੱਲੇ x ਦਾ ਇੱਕ ਫੰਕਸ਼ਨ ਹੈ ਤਾਂ ਅਸੀਂ ਇਸ ਨੂੰ ਆਸਾਨੀ ਨਾਲ ਇੰਟੀਗ੍ਰੇਟ ਕਰ ਸਕਦੇ ਹਾਂ। ਇਸ ਲਈ ਇੰਟੀਗ੍ਰੇਟਿੰਗ ਫੈਕਟਰ e ਪਾਵਰ 1/x dx ਹੈ ਜੋ ਕਿ ln x ਹੈ ਅਤੇ e ਪਾਵਰ ln x ਕੇਵਲ ਸਾਨੂੰ x ਦੇਵੇਗਾ। ਇਸ ਲਈ ਇਹ ਇਸ ਡਿਫਰੈਂਸ਼ੀਅਲ ਇਕੁਏਸ਼ਨ ਦਾ ਇੰਟੀਗ੍ਰੇਟਿੰਗ ਫੈਕਟਰ ਹੈ, ਭਾਵ ਜੇਕਰ ਅਸੀਂ ਇਸ ਡਿਫਰੈਂਸ਼ੀਅਲ ਇਕੁਏਸ਼ਨ ਮਲਟੀਪਲਾਈ ਬਾय ਦਿਸ x ਇਕੁਏਸ਼ਨ ਐਗਜ਼ੈਕਟ ਬਣ ਜਾਵੇਗੀ। ਇਸ ਦਾ ਮਤਲਬ ਇਹ ਹੈ ਕਿ ਇਹ ਐਗਜ਼ੈਕਟ ਡਿਫਰੈਂਸ਼ੀਅਲ ਇਕੁਏਸ਼ਨ ਹੈ ਜਿਸ ਨੂੰ ਅਸੀਂ ਵੀ ਵੈਰੀਫਾਈ ਕਰ ਸਕਦੇ ਹਾਂ ਤਾਂ ਕਿ ਇੱਥੇ dlm/dly 2xy ਹੋਵੇਗਾ ਅਤੇ ਇੱਥੇ dln/dlx 2xy ਹੋਵੇਗਾ। ਇਸ ਲਈ ਇਹ ਇਕੁਏਸ਼ਨ ਹੁਣ ਐਗਜ਼ੈਕਟ ਹੈ ਅਤੇ ਅਸੀਂ ਜਾਣਦੇ ਹਾਂ ਕਿ ਐਗਜ਼ੈਕਟ ਇਕੁਏਸ਼ਨ ਨੂੰ ਕਿਵੇਂ ਸੋਲਵ ਕਰਨਾ ਹੈ। ਇਸ ਲਈ ਅਸੀਂ ਸਾਰੇ ਸੋਲਿਊਸ਼ਨ ਪ੍ਰੋਸੈਸ ਵਿੱਚੋਂ ਨਹੀਂ ਲੰਘਾਂਗੇ, ਪਰ ਇਹ ਪਹਿਲਾਂ ਹੀ ਪਿਛਲੇ ਲੈਕਚਰ ਵਿੱਚ ਸਮਝਾਇਆ ਗਿਆ ਸੀ। ਇਸ ਲਈ ਅਸੀਂ ਹੁਣ f ਲੱਭਾਂਗੇ ਜਿਸ ਦਾ ਡਿਫਰੈਂਸ਼ੀਅਲ ਇੱਥੇ ਦਿੱਤਾ ਗਿਆ ਹੈ। ਇਸ ਲਈ ਇਹ ਇੱਕ ਐਗਜ਼ੈਕਟ ਡਿਫਰੈਂਸ਼ੀਅਲ ਇਕੁਏਸ਼ਨ ਹੈ ਅਤੇ ਇਸ ਤੋਂ ਬਾਅਦ ਦਾ ਸੋਲਿਊਸ਼ਨ ਪ੍ਰੋਸੈਸ ਨੂੰ ਅਸੀਂ ਪ੍ਰਾਪਤ ਕਰਨ ਲਈ ਅਪਣਾਉਂਦੇ ਹਾਂ ਅਜਿਹਾ f ਜਿਸ ਦਾ ਡਿਫਰੈਂਸ਼ੀਅਲ ਇਹ ਹੈ। ਅਸੀਂ ਨੂੰ ਇਸ ਦਿੱਤੇ ਗਏ ਡਿਫਰੈਂਸ਼ੀਅਲ ਇਕੁਏਸ਼ਨ ਦੇ ਸੋਲਿਊਸ਼ਨ ਵਜੋਂ ਪ੍ਰਾਪਤ ਕਰ ਸਕਦੇ ਹਾਂ। ਇੱਕ ਹੋਰ ਉਦਾਹਰਣ ਅਸੀਂ ਇਸ m ਨਾਲ ਲੈਂਦੇ ਹਾਂ ਅਤੇ ਇਹ n ਇੱਥੇ ਇਸ ਲਈ m ਇਸ n ਦੁਆਰਾ ਦਿੱਤਾ ਗਿਆ ਹੈ ਅਤੇ ਦੁਬਾਰਾ ਅਸੀਂ ਵੈਰੀਫਾਈ ਕਰ ਸਕਦੇ ਹਾਂ ਕਿ dlm/dly ਇੱਥੇ ਇਹ ਕੰਪਲਿਕੇਟਡ ਐਕਸਪ੍ਰੈਸ਼ਨ ਬਣ ਰਿਹਾ ਹੈ ਵੀ dln/dlx ਇੱਥੇ ਪ੍ਰਾਪਤ ਹੋਵੇਗਾ ਇਸ n ਵਿੱਚੋਂ ਇਹ ਕੰਪਲਿਕੇਟਡ ਐਕਸਪ੍ਰੈਸ਼ਨ ਦੁਬਾਰਾ। ਪਰ ਜੇਕਰ ਅਸੀਂ ਇਸ ਡਿਫਰੈਂਸ ਨੂੰ ਲੈਂਦੇ ਹਾਂ ਤਾਂ n/dlx dlm/dly ਕੁਦਰਤੀ ਤੌਰ ਤੇ ਇਹ ਸਿਫਰ ਨਹੀਂ ਹੈ, ਨਹੀਂ ਤਾਂ ਇਕੁਏਸ਼ਨ ਐਗਜ਼ੈਕਟ ਹੋਵੇਗੀ। ਇਸ ਲਈ ਜਦੋਂ ਅਸੀਂ ਇਸ ਡਿਫਰੈਂਸ ਨੂੰ ਲੈਂਦੇ ਹਾਂ ਤਾਂ ਅਸੀਂ ਇਸ ਨੂੰ ਥੋੜਾ ਸਿੰਪਲ ਦੇਖਦੇ ਹਾਂ। ਇੱਥੇ ਸਿੰਪਲਰ ਵਰਜਨ ਜਦੋਂ ਅਸੀਂ ਇਸ -4 ਨੂੰ ਕਾਮਨ ਦੇ ਰੂਪ ਵਿੱਚ ਲੈਂਦੇ ਹਾਂ ਤਾਂ ਅਸੀਂ ਇਸ ਨੂੰ ਪ੍ਰਾਪਤ ਕਰਾਂਗੇ ਜੋ ਦੁਬਾਰਾ ਤੋਂ ਇਸ y ਨੂੰ ਲੈ ਕੇ ਇਸ ਲਈ -4/y ਅਤੇ ਕਿਉਂਕਿ ਅਸੀਂ ਦੇਖਦੇ ਹਾਂ ਕਿ ਇਹ ਬਿਲਕੁਲ ਮੈਚਿੰਗ ਹੈ ਇਸ m ਨਾਲ ਇੱਥੇ 2xy ਕਊ ਪਲੱਸ y ਜਦੋਂ ਅਸੀਂ ਸਿਰਫ ਮਲਟੀਪਲਾਈ ਬਾय y ਅਤੇ ਡਿਵਾਈਡ ਬਾय y ਕਰਦੇ ਹਾਂ ਤਾਂ ਅਸੀਂ ਇੱਥੇ -4/y ਕੀ ਪ੍ਰਾਪਤ ਕਰਦੇ ਹਾਂ ਅਤੇ ਇਹ m ਉੱਤੇ ਹੈ ਤਾਂ -y m ਲਈ। ਇਸ ਲਈ ਜਦੋਂ ਅਸੀਂ m ਨਾਲ ਡਿਵਾਈਡ ਕਰਦੇ ਹਾਂ ਤਾਂ ਇਹ ਇਕੱਲੇ y ਦਾ ਇੱਕ ਫੰਕਸ਼ਨ ਹੈ ਤਾਂ ਇਹ ਬਿਲਕੁਲ ਦੂਜਾ ਕੇਸ ਸੀ ਜਿੱਥੇ ਅਸੀਂ ਦੇਖਿਆ ਹੈ ਕਿ ਇਹ nx ਇਸ m ਪਾਰਸ਼ਲ ਡੈਰੀਵੇਟਿਵ ਨੂੰ y ਦੇ ਸੰਬੰਧ ਵਿੱਚ m ਨਾਲ ਡਿਵਾਈਡ ਕੀਤਾ ਗਿਆ ਹੈ। ਜੇਕਰ ਇਹ ਇਕੱਲੇ y ਦਾ ਇੱਕ ਫੰਕਸ਼ਨ ਹੈ ਤਾਂ ਅਸੀਂ ਆਸਾਨੀ ਨਾਲ ਇੰਟੀਗ੍ਰੇਟਿੰਗ ਫੈਕਟਰ ਨੂੰ ਪਾ ਸਕਦੇ ਹਾਂ ਅਤੇ ਇੰਟੀਗ੍ਰੇਟਿੰਗ ਫੈਕਟਰ ਦਾ ਐਕਸਪੋਨੈਂਸ਼ੀਅਲ ਹੋਵੇਗਾ ਇਸ -4/y ਇਸ dy ਦੇ ਨਾਲ। ਇਹ ਸਾਡਾ ਇੰਟੀਗ੍ਰੇਟਿੰਗ ਫੈਕਟਰ ਹੈ ਜੋ ਇਹ y ਪਾਵਰ -4 ਬਣ ਜਾਂਦਾ ਹੈ। ਇਸ ਲਈ ਇੱਥੇ ਦੁਬਾਰਾ ਕਨਕਲੂਜਨ ਨਿਕਲਦਾ ਹੈ ਕਿ ਜੇਕਰ ਤੁਸੀਂ ਇਸ ਇਕੁਏਸ਼ਨ ਨੂੰ y ਪਾਵਰ 4 ਨਾਲ ਡਿਵਾਈਡ ਕਰਦੇ ਹੋ ਜਾਂ ਮਲਟੀਪਲਾਈ ਬਾय y ਪਾਵਰ -4, ਇਹ ਇਕੁਏਸ਼ਨ ਫਿਰ ਇਹ ਇਕੁਏਸ਼ਨ ਐਗਜ਼ੈਕਟ ਡਿਫਰੈਂਸ਼ੀਅਲ ਇਕੁਏਸ਼ਨ ਬਣ ਜਾਵੇਗਾ ਅਤੇ ਫਿਰ ਅਸੀਂ ਇਸ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲਿਊਸ਼ਨ ਕੱਢਣ ਲਈ ਅਪਰੋਚ ਦੀ ਪਾਲਣਾ ਕਰ ਸਕਦੇ ਹਾਂ f ਨੂੰ ਪ੍ਰਾਪਤ ਕਰਨ ਲਈ ਜਿਸ ਦਾ ਡਿਫਰੈਂਸ਼ੀਅਲ ਇਸ ਮਲਟੀਪਲੀਕੇਸ਼ਨ ਦੇ ਬਾਅਦ ਬਿਲਕੁਲ ਉੱਥੇ ਹੈ। ਇਸ ਲਈ ਕੋਈ ਇਸ ਨੂੰ ਸੋਲਵ ਕਰ ਸਕਦਾ ਹੈ ਅਤੇ ਸੋਲਿਊਸ਼ਨ ਆ ਰਿਹਾ ਹੈ ਇਹ x² e ਪਾਵਰ y ਸਕੁਏਅਰ ਬਾय y ਪਲੱਸ x/y ਕਿਊਬ ਇਕੁਅਲ ਬਰਾਬਰ ਕੋਨਸਟੈਂਟ ਹੈ। ਇਸ ਲਈ ਇੱਥੇ ਦੁਬਾਰਾ ਉਹ ਪਹੁੰਚ ਜਿਸ ਬਾਰੇ ਅਸੀਂ ਚਰਚਾ ਕੀਤੀ ਹੈ ਜੋ ਕਿ ਘੱਟੋ ਘੱਟ ਡੈਰੀਵੇਸ਼ਨ ਦੁਆਰਾ ਜਨਰਲ ਪਹੁੰਚ ਸੀ, ਪਰ ਅਸੀਂ ਸਿਰਫ ਕੁਝ ਸਿੰਪਲ ਕੇਸਿਸ ਤੇ ਕੰਸੀਡਰਡ ਕੀਤਾ ਹੈ ਜਿੱਥੇ ਅਸੀਂ ਇਸ ਇੰਟੀਗ੍ਰੇਟਿੰਗ ਫੈਕਟਰ y ਨੂੰ ਪ੍ਰਾਪਤ ਕਰ ਸਕਦੇ ਹਾਂ। ਇਸ ਤੋਂ ਕੁਝ ਹੋਰ ਖੋਜਾਂ ਹਨ ਜੋ ਉਹ ਕੰਡੀਸ਼ਨ ਹਨ ਜਿੱਥੇ ਅਸੀਂ ਇੰਟੀਗ੍ਰੇਟਿੰਗ ਫੈਕਟਰ ਦਾ ਪਤਾ ਕਰ ਸਕਦੇ ਹਾਂ। ਇਸ ਲਈ ਅਸੀਂ ਉਹਨਾਂ ਨੂੰ ਲੱਭਣ ਦੇ ਵੇਰਵਿਆਂ ਇਨਟੂ ਨਹੀਂ ਜਾ ਰਹੇ ਹਾਂ, ਪਰ ਉਦਾਹਰਣ ਵਜੋਂ ਇਹ ਸੰਭਾਵਨਾਵਾਂ ਚੋਂ ਇੱਕ ਹੈ ਕਿ ਜੇਕਰ ਇਹ ਇਕੁਏਸ਼ਨ ਹੋਮੋਜੀਨੀਅਸ ਹੈ ਅਤੇ ਇਹ mx ਪਲੱਸ ny ਸਿਫਰ ਦੇ ਇਕੁਅਲ ਬਰਾਬਰ ਨਹੀਂ ਹੈ ਤਾਂ ਇਹ ਇੱਕ ਇੰਟੀਗ੍ਰੇਟਿੰਗ ਫੈਕਟਰ ਬਣ ਜਾਂਦਾ ਹੈ। ਇਸ ਲਈ ਦੁਬਾਰਾ ਸਿੱਧੇ ਤੌਰ ਤੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਇਹ ixy 1/mx ਪਲੱਸ ny ਹੈ। ਇਹ ਇਸ ਡਿਫਰੈਂਸ਼ੀਅਲ ਇਕੁਏਸ਼ਨ ਦਾ ਇੰਟੀਗ੍ਰੇਟਿੰਗ ਫੈਕਟਰ ਹੋਵੇਗਾ, ਪਰ
ਇੱਥੇ ਕੰਡੀਸ਼ਨ ਇਹ ਹੈ ਕਿ ਇਹ ਹੋਮੋਜੀਨੀਅਸ ਡਿਫਰੈਂਸ਼ੀਅਲ ਇਕੁਏਸ਼ਨ ਹੋਣਾ ਚਾਹੀਦਾ ਹੈ, ਅਤੇ ਅਸੀਂ ਪਹਿਲਾਂ ਹੀ ਜਾਣਦੇ ਹਾਂ ਕਿ ਹੋਮੋਜੀਨੀਅਸ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਕਿਵੇਂ ਸੋਲਵ ਕਰਨਾ ਹੈ। ਇਸ ਲਈ ਅਸੀਂ ਇੱਥੇ ਇਸ ਪਹੁੰਚ ਦੀ ਪਾਲਣਾ ਨਹੀਂ ਕਰ ਸਕਦੇ। ਇਸ ਇੰਟੀਗ੍ਰੇਟਿੰਗ ਫੈਕਟਰ ਦਾ ਪਤਾ ਕਰਨਾ ਅਤੇ ਫਿਰ ਐਗਜ਼ੈਕਟ ਇਕੁਏਸ਼ਨ ਨੂੰ ਸੋਲਵ ਕਰਨਾ। ਇੱਥੇ ਇੱਕ ਹੋਰ ਸੰਭਾਵਨਾ ਹੈ m dx plus n dy ਬਰਾਬਰ 0 ਇਸ ਫਾਰਮ ਦੀ ਹੈ। ਜੇਕਰ ਇਹ ਇਕੁਏਸ਼ਨ ਇਸ ਫਾਰਮ ਦੀ ਦਿੱਤੀ ਗਈ ਹੈ ਤਾਂ ਇਸ ਦਾ ਮਤਲਬ ਹੈ ਕਿ ਕੋਈ ਫੰਕਸ਼ਨ xy ਅਤੇ y dx ਇੱਕ ਹੋਰ ਫੰਕਸ਼ਨ x dy ਹੈ। ਫਿਰ ਇਹ 1/mx ny ਜੇਕਰ ਇਹ ਟਰਮ 0 ਦੇ ਬਰਾਬਰ ਨਹੀਂ ਹੈ ਇੱਕ ਇੰਟੀਗ੍ਰੇਟਿੰਗ ਫੈਕਟਰ ਹੋਵੇਗਾ, ਅਤੇ ਜੇਕਰ ਅਸੀਂ ਇਸ ਨੂੰ ਇਸ ਇਕੁਏਸ਼ਨ ਨਾਲ ਮਲਟੀਪਲਾਈ ਕਰਦੇ ਹਾਂ ਤਾਂ ਇਹ ਇਕੁਏਸ਼ਨ ਐਗਜ਼ੈਕਟ ਬਣ ਜਾਵੇਗੀ। ਇਸ ਲਈ ਅਜਿਹੇ ਹੋਰ ਵੀ ਬਹੁਤ ਸਾਰੇ ਰੂਲਸ ਹਨ ਜੋ ਉੱਥੋਂ ਲਏ ਜਾ ਸਕਦੇ ਹਨ, ਪਰ ਜਿਸ ਬਾਰੇ ਅਸੀਂ ਇੱਕ ਬਹੁਤ ਹੀ ਜਨਰਲ ਪਹੁੰਚ ਬਾਰੇ ਚਰਚਾ ਕੀਤੀ ਹੈ ਅਤੇ ਉੱਥੋਂ ਵੀ ਅਸੀਂ ਘੱਟੋ ਘੱਟ ਦੇਖਿਆ ਹੈ ਕਿ ਉਹਨਾਂ ਕਿਵੇਂ ਵਿਸ਼ੇਸ਼ ਕੇਸਿਸ 'ਚ ਨੂੰ ਇੰਟੀਗ੍ਰੇਟਿੰਗ ਕਰਨ ਵਾਲੇ ਫੈਕਟਰ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ। ਇਸ ਲਈ ਕਨਕਲੂਜਨ ਤੇ ਆ ਰਿਹਾ ਹੈ, ਇੰਟੀਗ੍ਰੇਟਿੰਗ ਫੈਕਟਰ ਇੱਥੇ ਇੱਕ ਫੰਕਸ਼ਨ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਜੇਕਰ ਤੁਸੀਂ ਦਿੱਤੇ ਗਏ ਡਿਫਰੈਂਸ਼ੀਅਲ ਇਕੁਏਸ਼ਨ ਨਾਲ ਮਲਟੀਪਲਾਈ ਕਰਦੇ ਹੋ ਜੋ ਐਗਜ਼ੈਕਟ ਨਹੀਂ ਹੈ, ਪਰ ਮਲਟੀਪਲੀਕੇਸ਼ਨ ਕਰਨ ਤੋਂ ਬਾਅਦ ਇਕੁਏਸ਼ਨ ਐਗਜ਼ੈਕਟ ਬਣ ਜਾਂਦੀ ਹੈ, ਅਸੀਂ ਅਜਿਹੇ ਫੰਕਸ਼ਨ ਨੂੰ ਇੰਟੀਗ੍ਰੇਟਿੰਗ ਫੈਕਟਰ ਕਹਿੰਦੇ ਹਾਂ। ਅਤੇ ਅਸੀਂ ਇਹ ਵਿਸ਼ੇਸ਼ ਕੇਸ ਦੇਖਿਆ ਹੈ ਜਦੋਂ m ਦਾ my ਪਾਰਸ਼ਲ ਡੈਰੀਵੇਟਿਵ ਦੇ ਸੰਬੰਧ ਵਿੱਚ, y ਪਾਰਸ਼ਲ ਡੈਰੀਵੇਟਿਵ ਦੇ ਸੰਬੰਧ ਵਿੱਚ ਦੇ ਹਿਸਾਬ ਨਾਲ, n x ਦੇ ਸੰਬੰਧ ਵਿੱਚ ਦੇ ਹਿਸਾਬ ਨਾਲ। ਇਸ ਲਈ ਇਹ ਡਿਫਰੈਂਸ ਇਸ n ਦੁਆਰਾ ਡਿਵਾਈਡ ਕੀਤਾ ਗਿਆ ਇਕੱਲੇ x ਦਾ ਇੱਕ ਫੰਕਸ਼ਨ ਹੈ, ਤਾਂ ਅਸੀਂ ਇਹ ਪ੍ਰਾਪਤ ਕੀਤਾ ਹੈ ਕਿ ਇਹ i x e ਪਾਵਰ ਦੇ ਬਰਾਬਰ ਹੈ। ਇਹ ਇੰਟੀਗਰਲ f x dx ਇੰਟੀਗ੍ਰੇਟਿੰਗ ਫੈਕਟਰ ਹੋਵੇਗਾ, ਅਤੇ ਇਹ ਇਕੱਲੇ y ਦੇ ਫੰਕਸ਼ਨ ਦੇ ਤੌਰ ਤੇ ਇਸ g y ਨੂੰ ਕਹੋ ਤਾਂ ਇਹ ਇੰਟੀਗ੍ਰੇਟਿੰਗ ਕਰਨ ਵਾਲਾ ਫੈਕਟਰ ਹੋਵੇਗਾ i y ਐਕਸਪੋਨੈਂਸ਼ੀਅਲ ਇੰਟੀਗਰਲ g y dy ਦੇ ਬਰਾਬਰ ਹੈ। ਇਹ ਇੱਥੇ ਵਰਤੇ ਗਏ ਹਵਾਲੇ ਹਨ। ਧੰਨਵਾਦ।